वक्त फॉर यू विच तुहाडा सब दा निੱਘਾ स्वागत मेरे ਵੱਲੋਂ प्यार भरी सत श्री अकाल नमस्ते अस्सलाम वालेकुम। अज सितंबर दे 19 तरीक शाम के 7 बज चुके ने। तुसी जुड़ बैठे हो देसी चैनल यूट्यूब ते फेसबुक के उपर। सो इन्हां सारिਆਂ ਦੇ ਉੱਤੇ ਅਸੀਂ ਤੁਹਾਡਾ स्वागत करते हैं। तो स्टार्टिंग ਦੇ ਵਿੱਚ ਤੁਹਾਨੂੰ ਕਹਿੰਦੇ ਆ कि जे हो सके तो इस प्रोग्राम ਨੂੰ ਅੱਜ शेयर कर दिओ, क्योंकि अज ਅਸੀਂ अपने प्रोग्राम ਦੇ ਵਿੱਚ एक गैसट बुलाए ने जिन्हां तो ਅਸੀਂ ਉਹਨਾਂ ਨਾਲ ਗੱਲਾਂ ਬਾਤਾਂ ਕਰਦੇ ਹੋਏ ਤੁਹਾਨੂੰ ਦੱਸਾਂਗੇ कि गैसट ਅੱਜ ਸਾਡੇ ਲਈ ਕੀ ਲੈ ਕੇ ਆਏ ਨੇ, ਉਸ ਦੀ ਗੱਲਬਾਤ ਕਰਾਂਗੇ। सो ਅੱਜ ਦੀ ਸ਼ਾਮ ਅਸੀਂ ਤੁਹਾਡੇ ਨਾਲ ਕੋਈ ਕਹਾਣੀ ਸਾਂਝੀ ਕਰਦੇ ਹਾਂ, पर ਜਦੋਂ ਅਸੀਂ ਕਿਸੇ ਗੈਸਟ ਨੂੰ ਤੁਹਾਨੂੰ ਮਿਲਾਉਂਦੇ ਹਾਂ तो कहानी तो एक घट नहीं होंदा, क्योंकि हर एक इंसान अपने आप दे विच एक कहानी है। तो उस कहानी नूं जदों वो कलम राही लिख के तुहाडे सामने लैके आउंदा है तो उहदे विचों कई होर कहानियां जन्म लैंदियां ने। सो कहानी सुन के असी कदे पॉजिटिव हुंदे आ, कदे नैगेटिव हुंदे आ, पर जदों असी उस इंसान नूं मिलदे आ तो तुसीं सोच के देखियो कि एक इंसान दे अंदर किन्ना कुछ छुपिया हुंदा है। कुछ बेशक नैगेटिविटी होवे, कुछ पॉजिटिविटी होवे, पर जदों कलम दे राही एक पेपर दे उत्ते उतर जांदी है तो उतरी हुई एक कहानी दा रूप लै लैंदी है, एक कविता दा रूप लै लैंदी है। ते ओहदे विचों साडा सभ्याचारक साडा इतिहास चमकना शुरू हो जाता है। तो चलो इस तो पहला कि असीं होर गल्लां तुहाडे नाल करिए, ਅਸੀਂ ਤੁਹਾਨੂੰ ਪਹਿਲਾਂ ਮਿਲਾ ਦਈਏ ਸਾਡੇ ਸਪਾਂਸਰਸ ਨੂੰ। ਅਸੀਂ ਦਿਲੋਂ ਧੰਨਵਾਦੀ ਹਾਂ। ਪੰਜਾਬੀ ਚੱਕੀ ਹਰ ਤਰ੍ਹਾਂ ਦਾ ਆਟਾ, ਰਾਗੀ ਦਾ ਆਟਾ ਜ਼ਰੂਰ ਖਾ ਕੇ ਦੇਖਿਓ। ਗੁਰੂ ਨਾਨਕ ਦੇਵ ਜੀ ਜਿਹੜਾ ਆਟਾ ਖਾਂਦੇ ਸੀ ਉਹ ਆਟਾ ਜ਼ਰੂਰ ਖਾ ਕੇ ਦੇਖਿਓ। ਤੁਹਾਡੀਆਂ ਕਈ ਬਿਮਾਰੀਆਂ ਆਟੋਮੈਟਿਕਲੀ ਠੀਕ ਹੋਣੀਆਂ ਸ਼ੁਰੂ ਹੋ ਜਾਣਗੀਆਂ। ਤੇ ਵਕਤ ਫॉर यू ਦਾ ਹਵਾਲਾ ਦੇਣ ਤੇ 10% ਡਿਸਕਾਊਂਟ ਮਿਲੇਗਾ। ਤੇ ਉਸ ਤੋਂ ਬਾਅਦ ਆ ਜਾਂਦਾ ਹਰਪ੍ਰੀਤ ਬੇਦੀ ਜੀ ਘਰ ਖਰੀਦਣਾ ਜਾਂ ਘਰ ਵੇਚਣਾ ਨਿਊ ਵੇ ਸਕੂਲ, ਜਿੱਥੇ ਕਿ ਤੁਸੀਂ ਆਪਣੀ ਟ੍ਰੇਨਿੰਗ ਕਰਦੇ ਹੋ ਤੇ ਟ੍ਰੇਨਿੰਗ ਦੇ ਨਾਲ ਨਾਲ ਆਪਣੇ ਸਾਰੇ ਕੰਮ ਕਰਵਾ ਵੀ ਸਕਦੇ ਹੋ। ਗੈਰੀ ਜੀ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੀ ਜਾਣਕਾਰੀ ਲੈਣੀ ਜਾਂ ਇੰਸ਼ੋਰੈਂਸ ਬ੍ਰੋਕਰ ਖੁਦ ਬਣਨਾ ਹੈ ਤਾਂ ਉਹਦੇ ਲਈ ਤੁਸੀਂ ਗੈਰੀ ਜੀ ਨੂੰ ਫੋਨ ਕਰ ਸਕਦੇ ਹੋ। ਨੀਟੂ ਗ੍ਰਾਮਰ ਬਿਊਟੀ ਤੇ ਨਾਲ ਹੀ ਨਾਲ HS ਵਾਲੀਆ ਜੀ ਘਰ, ਕਿਸੇ ਵੀ ਤਰ੍ਹਾਂ ਦਾ ਘਰ ਬਣਾਉਣਾ ਹੋਵੇ, ਬਹੁਤ ਹੀ ਵਧੀਆ ਬਿਲਡਰ। ਤੇ ਚਲੋ ਮਿਲਾਉਂਦੇ ਹਾਂ ਇਹਨਾਂ ਸਭ ਨੂੰ, ਇਹਨਾਂ ਦੇ ਦਿਲੋਂ ਧੰਨਵਾਦੀ ਹਾਂ। ਜਾਣਾ ਨਹੀਂ, ਹੁਣੇ ਗਏ ਹੁਣੇ ਵਾਪਸ ਆਏ। ਰੀਅਲ ਸਟੇਟ ਦੀ ਦੁਨੀਆ ਦੇ ਵਿੱਚ ਉੱਭਰਦਾ ਇੱਕ ਨਾਮ ਹਰਪ੍ਰੀਤ ਬੇਦੀ। ਤੂੰ ਤਾਰੇ ਵਾਂਗੂ ਚਮਕਦਾ ਇੱਕੋ ਇੱਕ ਨਾਮ ਹਰਪ੍ਰੀਤ ਬੇਦੀ। ਸਹੀ ਕੀਮਤ ਤੇ ਸਹੀ ਜਾਣਕਾਰੀ ਲਈ ਨਾ ਯਾਦ ਰੱਖੋ ਘਰ ਲੈਣਾ ਜਾਂ ਘਰ ਵੇਚਣਾ, ਹਰਪ੍ਰੀਤ ਬੇਦੀ ਜੀ। ਫੋਨ ਕਰੋ 7783174444 ਹਰਪ੍ਰੀਤ ਬੇਦੀ। ਤੁਹਾਨੂੰ ਲੱਗਦਾ ਹੈ ਗੈਸ, तेजाब, सिर दुखना, शुगर, ब्लड प्रेशर, कोलेस्ट्रॉल वर्गियां बीमारियां ਦੀਆਂ ਦਵਾਈਆਂ ਖਾ ਕੇ ਤੁਸੀਂ ਥੱਕ ਚੁੱਕੇ ਹੋ। ਖਾਨਦਾਨੀ ਬਿਮਾਰੀਆਂ, ਹਾਰਟ ਅਟੈਕ, ਕੈਂਸਰ ਕਿਤੇ ਤੁਹਾਨੂੰ ਨਾ ਘੇਰ ਲਵੇ, ਡਰਦੇ ਹੋ। ਡਾਕਟਰ ਨਿਸ਼ਾ ਡੋਗਰਾ ਤੇ ਉਹਨਾਂ ਦੀ ਸਾਰੀ ਟੀਮ ਮਾਰ ਨੇ ਤੁਹਾਡੀਆਂ ਬਿਮਾਰੀਆਂ ਲੱਭਣ ਵਿੱਚ, ਜਿਸ ਨੂੰ ਕਹਿੰਦੇ ਨੇ ਜੀਨ ਟੈਸਟ। ਬਿਮਾਰੀ ਦੀ ਜੜ ਲੱਭਣ ਦੇ ਲਈ ਫੋਨ ਕਰੋ 6045935030। ਡਾਕਟਰ ਨਿਸ਼ਾ ਡੋਗਰਾ। ਚੱਕੀ ਦਾ ਆਟਾ ਸਿਹਤ ਲਈ ਬਹੁਤ ਹੀ ਵਧੀਆ ਹੁੰਦਾ ਹੈ ਤੇ ਹੁਣ ਕੈਨੇਡਾ ਦੇ ਵਿੱਚ ਚੱਕੀ ਲੱਗ ਚੁੱਕੀ ਹੈ। ਤੁਸੀਂ ਆਪਣੀਆਂ ਅੱਖਾਂ ਦੇ ਸਾਹਮਣੇ ਜਾਂ ਆਪਣੇ ਦਾਣੇ ਲਿਆ ਕੇ ਵੀ ਆਟਾ ਪਿਹਾ ਸਕਦੇ ਹੋ। ਆਪਣੇ ਮਸਾਲੇ ਤਿਆਰ ਕਰਵਾ ਸਕਦੇ ਹੋ। ਮੱਕੀ ਹੋਵੇ, ਬਾਜਰਾ ਹੋਵੇ, ਰਾਗੀ ਦਾ ਆਟਾ ਹੋਵੇ, ਬਿਲਕੁਲ ਤਾਜ਼ਾ ਲੈਣ ਦੇ ਲਈ ਉਹ ਤੁਹਾਡੇ ਸਾਹਮਣੇ ਆਟਾ ਪੀ ਕੇ ਦੇ ਸਕਦੇ ਨੇ। ਉਹਦੇ ਲਈ ਇੱਕੋ ਇੱਕ ਨਾਂ ਯਾਦ ਰੱਖੋ, ਪੰਜਾਬੀ ਚੱਕੀ। ਸਰੀ ਦੇ ਵਿੱਚ 76 ਤੇ 130 ਤੇ ਪੰਜਾਬੀ ਚੱਕੀ। HS ਵਾਲੀਆ ਹੋਮਸ ਲਾਇਸੈਂਸਡ ਬਿਲਡਰ। ਕਿਸੇ ਵੀ ਤਰ੍ਹਾਂ ਦਾ ਘਰ ਬਣਾਉਣਾ ਚਾਹੁੰਦੇ ਹੋ, ਉਹ ਭਾਵੇਂ ਡਿਜ਼ਾਈਨਰ ਹੋਵੇ ਜਾਂ ਰੈਗੂਲਰ ਹੋਮ ਹੋਵੇ, ਉਹਦੇ ਲਈ ਯਾਦ ਰੱਖੋ ਇੱਕੋ ਨਾਮ HS ਵਾਲੀਆ ਹੋਮਸ। ਕਾਲ 6047295649, ਜਿਹੜੇ ਕਿ ਸਰਟੀਫਾਈਡ ਨੇ, ਪ੍ਰੋਜੈਕਟ ਨੂੰ ਮੈਨੇਜਮੈਂਟ ਕਰਦੇ ਨੇ, ਕਸਟਮਰ ਸਰਟੀਫਾਈਡ ਹੋਮ ਬਣਾਉਂਦੇ ਨੇ, 10 ਸਾਲ ਦੀ ਗਰੰਟੀ ਵੀ ਦਿੰਦੇ ਨੇ। HS ਵਾਲੀਆ ਹੋਮਸ ਵਾਲੇ 6047295649। न्यू वे हेयर ड्रेसिंग स्कूल एक ऐसी था
ਜਿੱਥੇ ਆ ਕੇ ਤੁਸੀਂ ਆਪਣੀ ਖੂਬਸੂਰਤੀ ਨੂੰ ਹੋਰ ਵੀ ਸਵਾਰ ਸਕਦੇ ਹੋ। ਹੇਅਰ ਕੱਟ, ਹੇਅਰ ਕਲਰਿੰਗ, ਮੇਕਅਪ, ਆਈਬ੍ਰੋਜ਼ ਤੇ ਮੇਕਅਪ ਦੇ ਨਾਲ ਬਿਊਟੀ ਦੇ ਨਾਲ ਜੁੜੀਆਂ ਸਾਰੀਆਂ ਸਰਵਿਸਿਜ਼ ਨਿਊ ਵੇ ਹੇਅਰ ਡਰੈਸਿੰਗ ਸਕੂਲ ਵਿੱਚ ਐਕਸਪਰਟਸ ਵੱਲੋਂ ਦਿੱਤੀਆਂ ਜਾਂਦੀਆਂ ਹਨ। ਨਿਊ ਵੇ ਹੇਅਰ ਡਰੈਸਿੰਗ ਸਕੂਲ ਵਿੱਚ ਲੇਜ਼ਰ ਹੇਅਰ ਰਿਮੂਵਲ ਟ੍ਰੀਟਮੈਂਟ ਵੀ ਦਿੱਤੀ ਜਾਂਦੀ ਹੈ। ਤਿਲ, ਮੋਕੇ, ਦਾਗ ਜੇ ਤੁਹਾਡੀ ਬਿਊਟੀ ਨੂੰ ਖਰਾਬ ਕਰ ਰਹੇ ਹਨ ਤੇ ਘਬਰਾਉਣ ਦੀ ਲੋੜ ਨਹੀਂ। ਨਿਊ ਵੇ ਹੇਅਰ ਡਰੈਸਿੰਗ ਸਕੂਲ ਆਓ ਤੇ ਇਹਨਾਂ ਸਭ ਪ੍ਰੋਬਲਮਸ ਤੋਂ ਛੁਟਕਾਰਾ ਪਾਓ। ਜੇ ਤੁਸੀਂ ਵੀ ਬਣਨਾ ਚਾਹੁੰਦੇ ਹੋ ਹੇਅਰ ਕੱਟ, ਹੇਅਰ ਕਲਰਿੰਗ, ਮੇਕਅਪ, ਆਈਬ੍ਰੋਜ਼ ਤੇ ਬਿਊਟੀ ਨਾਲ ਜੁੜੀ ਹਰ ਚੀਜ਼ ਦੇ ਐਕਸਪਰਟ ਤੇ ਜੁਆਇਨ ਕਰ ਸਕਦੇ ਹੋ ਜੀ ਨਿਊ ਵੇ ਹੇਅਰ ਡਰੈਸਿੰਗ ਸਕੂਲ। ਕੋਰਸਿਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਨਿਊ ਵੇ ਹੇਅਰ ਡਰੈਸਿੰਗ ਸਕੂਲ ਦੇ ਵਿੱਚ। ਨਿਊ ਵੇ ਹੇਅਰ ਡਰੈਸਿੰਗ ਸਕੂਲ ਗਵਰਨਮੈਂਟ ਵੱਲੋਂ ਆਥੋਰਾਈਜ਼ਡ ਹੈ। ਇੱਕ ਵਾਰ ਆਓਗੇ ਤੇ ਬਾਰ-ਬਾਰ ਆਓਗੇ ਨੀਟੂ ਸਲੂਨ ਐਂਡ ਸਪਾ। ਇੰਸ਼ੋਰੈਂਸ ਬਾਰੇ ਅਸੀਂ ਸਾਰੇ ਜਾਣਦੇ ਹਾਂ, ਪਰ ਫਿਰ ਵੀ ਉਸ ਦਾ ਨਾਂ ਸੁਣਨ ਸਾਰ ਡਰ ਜਾਂਦੇ ਹਾਂ ਕਿ ਸ਼ਾਇਦ ਲਾਈਫ ਇੰਸ਼ੋਰੈਂਸ ਸਾਡੇ ਮਰਨ ਤੋਂ ਬਾਅਦ ਵਾਲਿਆਂ ਨੂੰ ਫਾਇਦਾ ਕਰ ਦਈਏ। ਪਰ ਜੇਕਰ ਤੁਸੀਂ RRSP ਬਾਰੇ ਜਾਣਨਾ ਚਾਹੁੰਦੇ ਹੋ ਕਿ ਟੈਕਸ ਕਿਸ ਤਰ੍ਹਾਂ ਬਚਾ ਸਕਦੇ ਹੋ, RRSP ਲੈਣੀ ਚਾਹੀਦੀ ਹੈ ਜਾਂ ਨਹੀਂ ਲੈਣੀ ਚਾਹੀਦੀ, ਟਰਮ ਇੰਸ਼ੋਰੈਂਸ ਕੀ ਹੈ, ਯੂਨੀਵਰਸਲ ਇੰਸ਼ੋਰੈਂਸ ਦਾ ਕੀ ਮਤਲਬ ਹੈ ਤੇ ਜਾਂ ਕ੍ਰਿਟੀਕਲ ਇੰਸ਼ੋਰੈਂਸ ਕੌਣ ਲੈ ਸਕਦਾ ਹੈ, ਮੋਰਗੇਜ ਦੀ ਇੰਸ਼ੋਰੈਂਸ ਬੈਂਕ ਤੋਂ ਲੈਣੀ ਚਾਹੀਦੀ ਹੈ ਜਾਂ ਪ੍ਰਾਈਵੇਟ, ਜਾਂ ਸਾਡੇ ਬੁਢਾਪੇ ਦਾ ਸਹਾਰਾ ਵੀ ਕੀ ਇੰਸ਼ੋਰੈਂਸ ਬਣ ਸਕਦੀ ਹੈ। ਇਹਨਾਂ ਸਾਰੀਆਂ ਗੱਲਾਂ ਦੇ ਜਵਾਬ ਦੇ ਲਈ ਗੈਰੇਜ ਨੂੰ ਫੋਨ ਕਰ ਸਕਦੇ ਹੋ 778-989-3890 778-989-3890 ਲਾਈਫ ਇੰਸ਼ੋਰੈਂਸ। ਅਸੀਂ ਸਾਡੇ ਸਾਰੇ ਸਪਾਂਸਰਸ ਦਿਲੋਂ ਧੰਨਵਾਦੀ ਹਾਂ। ਸਾਰੇ ਸਪਾਂਸਰਸ ਦਾ ਦੇ ਨਾਲ ਹੀ ਨਾਲ ਅਸੀਂ ਗੁਰਜੀਤ ਗਰੇਵਾਲ ਜੀ, ਵੈਲਕਮ ਜੀ, ਥੈਂਕ ਯੂ। ਸੋ ਹਲੇ ਗੁੱਡ ਜੌਬ ਤਾਂ ਸ਼ੁਰੂ ਨਹੀਂ ਕੀਤੀ ਸੋਹਣਿਓ, ਕਿੱਥੋਂ ਪਤਾ ਲੱਗ ਗਿਆ ਗੁੱਡ ਜੌਬ ਆ। ਤੇ ਇਸ ਦੇ ਨਾਲ ਹੀ ਅਰਜੁਨ ਕੁਮਾਰ ਜੀ, ਵੈਰੀ ਗੁੱਡ ਜੌਬ। ਸੋ ਤੁਹਾਨੂੰ ਜੌਬ ਪਹਿਲਾਂ ਹੀ ਸ਼ੁਰੂ ਹੋ ਜਾਂਦੀ ਹੈ, ਹੈ ਨਾ। ਥੈਂਕ ਯੂ ਬਹੁਤ ਬਹੁਤ, ਕਿਉਂਕਿ ਤੁਹਾਡਾ ਪਿਆਰ ਤੇ ਤੁਹਾਡਾ ਸਤਿਕਾਰ ਹੀ ਸਾਨੂੰ ਤੁਹਾਡੇ ਨਾਲ ਜੋੜੀ ਬੈਠਾ ਹੈ। ਸੋ ਚਲੋ ਸ਼ੁਰੂਆਤ ਕਰਦੇ ਹਾਂ। ਅਸੀਂ ਗੈਸਟ ਜਿਹੜੇ ਕਿ ਅੱਜ ਸਾਡੇ ਸਟੂਡੀਓ 'ਚ ਪਹੁੰਚੇ ਨੇ, ਅਸੀਂ ਅੱਜ ਉਹਨਾਂ ਦੀ ਕਹਾਣੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ। ਸੋ ਗੈਸਟ ਦਾ ਨਾਮ ਹੈਗਾ ਹਰਵਿੰਦਰ ਕੌਰ ਨਿੱਕੀ ਜੀ। ਸੋ ਹਰਵਿੰਦਰ ਕੌਰ ਨਿੱਕੀ ਜੀ, ਅਸੀਂ ਵੈਲਕਮ ਕਰਦੇ ਹਾਂ ਤੁਹਾਡਾ ਸਾਡੇ ਸਟੂਡੀਓ 'ਚ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸੁਣਨ ਵਾਲਿਆਂ ਨੂੰ, ਦੇਖਣ ਵਾਲਿਆਂ ਨੂੰ ਹਰਵਿੰਦਰ ਕੌਰ ਨਿੱਕੀ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹਰਵਿੰਦਰ ਜੀ, ਤਾਂ ਮੈਨੂੰ ਪਤਾ ਕਿ ਜਦੋਂ ਪਿਛਲਾ ਵਰਡ ਨਿੱਕੀ ਲੱਗਿਆ ਹੋਵੇ ਤਾਂ ਉਹ ਤਾਂ ਹਮੇਸ਼ਾ ਪਤਾ ਹੁੰਦਾ ਕਿ ਘਰ 'ਚ ਬੱਚਾ ਛੋਟਾ ਹੋਣਾ, ਤੇ ਸਭ ਤੋਂ ਛੋਟੇ ਬੱਚੇ ਨੂੰ ਨਿੱਕੀ ਕਹਿ ਹੀ ਦਿੱਤਾ ਜਾਂਦਾ, ਕਿਉਂਕਿ ਸਾਡੇ ਘਰ ਦੇ ਵਿੱਚ ਵੀ ਕਈ ਫੈਮਿਲੀ ਮੈਂਬਰ ਨਿੱਕੇ ਹੈਗੇ ਜਿਨ੍ਹਾਂ ਦੇ ਨਾਮ ਆ। ਸੋ ਤੁਸੀਂ ਆਪਣਾ ਨਾਂ ਨਾਲ ਹੀ ਰੱਖਿਆ ਹੋਇਆ ਹਰਵਿੰਦਰ ਕੌਰ ਨਿੱਕੀ ਜੀ। ਤਾਂ ਇੱਕ ਤੁਸੀਂ ਬੜੀ ਸੋਹਣੀ ਜੀ, ਅੱਜ ਮੈਂ ਜਿਹੜਾ ਕਾਰਨ ਹੈ ਤੁਹਾਨੂੰ ਸੱਦਿਆ ਕਿ ਅੱਜ ਇਸ ਸੋਚਾਂ ਦੀ ਫੁਲਕਾਰੀ, ਕਿੰਨਾ ਪਿਆਰਾ ਨਾਮ ਹੈ ਇਹ। ਸੋ ਅੱਜ ਇਸ ਬੁੱਕ ਦੀ ਗ੍ਰੈਂਡ ਓਪਨਿੰਗ ਹੋਈ ਸੀ, ਜਿੱਥੇ ਕਿ ਇਹਨਾਂ ਨੇ ਸਾਨੂੰ ਬੁਲਾਇਆ ਸੀ। ਅਸੀਂ ਉੱਥੇ ਗਏ, ਉੱਥੇ ਸਾਰੇ ਕਵੀ ਪਹੁੰਚੇ ਹੋਏ ਸੀ, ਬੜੀਆਂ ਸੋਹਣੀਆਂ ਸੋਹਣੀਆਂ ਕਵਿਤਾ ਸਾਰਿਆਂ ਨੇ ਸੁਣਾਈਆਂ, ਉਹਨਾਂ ਨੂੰ ਸੁਣਿਆ ਗਿਆ। ਪਰ ਇਹਨਾਂ ਦੀ, ਹਰਵਿੰਦਰ ਜੀ ਦੀ ਇਹ ਪਹਿਲੀ ਬੁੱਕ ਆ। ਪਹਿਲੀ ਬੁੱਕ ਉਸੇ ਤਰ੍ਹਾਂ ਦੀ ਹੁੰਦੀ ਆ ਜਿਸ ਤਰ੍ਹਾਂ ਕਿ ਆਪਾਂ ਪਹਿਲੇ ਦਿਨ KG 'ਚ ਜਾਂ ਪਹਿਲੀ ਕਲਾਸ 'ਚ ਜਦੋਂ ਜਾਂਦੇ ਹਾਂ ਤਾਂ ਇੱਕ ਡਰ ਤੇ ਇੱਕ ਅਰਮਾਨ ਸਾਡੇ ਨਾਲ ਹੀ ਹੁੰਦੇ ਨੇ ਕਿ ਪਤਾ ਨਹੀਂ ਕੀ ਹੋਵੇਗਾ। ਸ਼ੁਰੂਆਤ ਹੁੰਦੀ ਹੈ ਸਾਡੀ ਜ਼ਿੰਦਗੀ ਦੀ। ਤਾਂ ਅੱਜ ਹਰਵਿੰਦਰ ਜੀ ਦੇ ਅਸੀਂ ਪਤਾ ਕਰਦੇ ਹਾਂ ਕਿ ਇਹਨਾਂ ਦੀ ਸ਼ੁਰੂਆਤ ਜਿਹੜੀ ਹੈ ਇਹ ਕਿਸ ਤਰ੍ਹਾਂ ਹੋਈ, ਕਿਵੇਂ ਇਹਨਾਂ ਦੇ ਮਨ 'ਚ ਆਇਆ ਕਿ ਮੈਂ ਇਹਨੂੰ ਕਹਾਣੀ ਲਿਖਾਂ। ਕਿਉਂਕਿ ਜਦੋਂ ਕਹਾਣੀਕਾਰ ਦੀ ਕਿਸੇ ਦੀ ਵੀ ਅਸੀਂ ਕੋਈ ਸਟੋਰੀ ਸੁਣਦੇ ਹਾਂ ਤਾਂ ਹਮੇਸ਼ਾ ਹੀ ਹਰਵਿੰਦਰ ਜੀ ਉਹਦੇ 'ਚ ਕੋਈ ਨਾ ਕੋਈ ਦਰਦ ਬੈਠਿਆ ਹੁੰਦਾ, ਕੋਈ ਨਾ ਕੋਈ ਚੀਜ਼ ਛੁਪੀ ਹੁੰਦੀ ਆ ਇੱਕ ਕਹਾਣੀਕਾਰ ਦੇ ਮਗਰ। ਉਹ ਤਾਂ ਕਹਾਣੀ ਲਿਖਦਾ ਕਿ ਵਿਹਲਾ ਟਾਈਮ ਹੁੰਦਾ। ਪਰ ਤੁਸੀਂ ਦੱਸੋਗੇ ਆਪਣੀ ਸਟੋਰੀ, ਮੈਂ ਕਿ ਤੁਸੀਂ ਵਿਹਲੇ ਹੋ
ਤੁਸੀਂ ਵਿਆਹ ਕਰਵਾਇਆ ਕਿ ਤੁਸੀਂ ਫੈਮਿਲੀ ਸੀ? ਇਸ ਗੱਲ ਬਹੁਤ ਜ਼ਰੂਰੀ ਹੈ ਕਿਉਂਕਿ ਆਮ ਕਹਿੰਦੇ ਆ ਕਿ ਜਿਹੜਾ ਬੰਦਾ ਇਕੱਲਾ ਹੁੰਦਾ ਉਹੀ ਕਹਾਣੀਕਾਰ ਜਾਂ ਕਵਿਤਾ ਲਿਖਦਾ। ਫਸਟ ਆਫ ਆਲ ਤੁਸੀਂ ਕਿਹਾ ਵੀ ਦਰਦ, ਯੈਸ, ਜ਼ਿਆਦਾਤਰ ਲੋਕਾਂ ਦਾ ਮੰਨਣਾ ਇਹ ਹੈ ਕਿ ਦਰਦ ਤੋਂ ਹੀ ਕਲਮ ਸ਼ੁਰੂ ਹੁੰਦੀ ਹੈ। ਆਈ ਥਿੰਕ ਮੈਂ ਵੀ ਇਹੀ ਕਹਿ ਸਕਦੀ ਹਾਂ। ਮੈਂ 13 ਸਾਲਾਂ ਦੀ ਹੋਊਂਗੀ ਜਦੋਂ ਫਾਦਰ ਦੀ ਡੈਥ ਹੋ ਗਈ, ਪਰ ਲਿਖਣਾ ਸਾਡੇ ਸਿੱਖੀਜ਼ਮ ਦੇ, ਆਈ ਮੀਨ ਪੰਜਾਬੀਆਂ ਦੇ ਗੁਰਤੀ 'ਚ ਮਿਲਦਾ ਹੈ ਜਦੋਂ ਵਾਹਿਗੁਰੂ ਕਹਿ ਕੇ ਚਟਾਇਆ ਜਾਂਦਾ ਹੈ ਸ਼ਾਇਦ। ਤੇ ਫਿਰ ਬਸ ਹੌਲੀ ਹੌਲੀ ਪਿਤਾ ਜੀ ਦਾ ਸੂਫੀਆ ਕਲਾਮ ਸੁਣਨ ਦਾ ਸ਼ੌਂਕ ਸੀ, ਕਵਾਲੀਆਂ ਸੁਣਨ ਦਾ ਸ਼ੌਂਕ ਸੀਗਾ। ਉਸ ਟਾਈਮ ਤਾਂ ਜਸਟ ਸੁਣ ਲਈਦਾ ਸੀਗਾ। ਫਿਰ ਬਾਲੀਵੁੱਡ ਮੂਵੀਆਂ ਤੇ ਮਿਰਜ਼ਾ ਗਾਲਿਬ ਸ਼ੁਰੂ ਹੋ ਗਿਆ। ਲਿਖਣ ਦਾ ਸ਼ੌਂਕ ਹੋਇਆ 8ਵੀਂ ਤੋਂ। ਮੈਂ ਆਈ ਥਿੰਕ ਆਈ ਰਿਮੈਂਬਰ 8ਵੀਂ ਕਲਾਸ 'ਚ ਸ਼ੇਰ ਸ਼ੁਰ ਲਿਖਣੇ ਸ਼ੁਰੂ ਕੀਤੇ। ਬਟ ਬਾਏ ਦਾ ਟਾਈਮ ਮੇਰੇ ਪਿਤਾ ਜੀ ਚਲੇ ਗਏ, ਬਸ ਫਿਰ ਕਲਮ ਥੋੜੀ ਉਦਾਸ ਹੋ ਗਈ। ਓ ਅੱਛਾ, ਓਕੇ। ਹਾਂ, ਇਹ ਬਹੁਤ ਵੱਡਾ ਕਾਰਨ ਹੈ ਕਿ ਪਿਤਾ ਜੀ ਦੇ ਜਾਣ ਤੋਂ ਬਾਅਦ ਕਲਮ ਜਿਹੜੀ ਉਦਾਸ ਹੋ ਗਈ। ਪਰ ਇੱਕ ਮੈਂ ਹੋਰ ਗੱਲ ਤੁਹਾਡੇ ਨਾਲ ਕਰਨਾ ਚਾਹੁੰਦੀ ਹਾਂ, ਕਿਉਂਕਿ ਜਦੋਂ ਸਾਡੀ ਕਲਮ ਉਦਾਸ ਹੁੰਦੀ ਹੈ ਤੇ ਪਰਮਾਤਮਾ ਕਿਤੇ ਨਾ ਕਿਤੇ ਸਾਡੇ ਕੋਲ ਹੁੰਦਾ ਹੈ। ਸੋ ਅੱਜ ਤੁਸੀਂ ਜਦੋਂ ਗੱਲ ਕਰ ਰਹੇ ਸੀ ਕਿ ਤੁਸੀਂ ਵਿਆਹੇ ਗਏ ਤੇ ਵਿਆਹ ਤੋਂ ਬਾਅਦ ਵੀ ਕੀ ਤੁਹਾਡੇ ਬੱਚੇ ਲਾਈਕ ਤੁਹਾਡੇ ਬੱਚਿਆਂ ਨੇ ਤੁਹਾਨੂੰ ਰੋਕਿਆ ਨਹੀਂ ਜਾਂ ਤੁਹਾਡੇ ਹਸਬੈਂਡ ਨੇ ਤੁਹਾਨੂੰ ਰੋਕਿਆ ਨਹੀਂ ਇਹ ਲਿਖਣ ਵਾਸਤੇ, ਕਿ ਜਾਂ ਤੁਸੀਂ ਖੁਦ ਇੰਨੀ ਦੇਰ ਉਹਨਾਂ ਨੇ ਰੋਕਿਆ ਜਾਂ ਤੁਸੀਂ ਵੈਸੇ ਹੀ ਰੁਕੇ ਰਹੇ? ਤੇ ਇੰਨੀ ਦੇਰ ਬਾਅਦ ਕਿਉਂ ਬੁੱਕ ਲਿਖੀ? ਕਿੰਨੇ ਸਾਲ ਹੋ ਗਏ ਤੁਹਾਨੂੰ ਵਿਆਹ ਨੂੰ? ਵਿਆਹ ਨੂੰ ਕਾਫੀ ਟਾਈਮ ਹੋ ਗਿਆ। ਹੋ ਗਏ 35 years। ਓਕੇ, ਅੱਛਾ ਜੀ। ਲੇਕਿਨ ਜਦੋਂ ਨਿੱਕੀ ਤਦ ਹੀ ਨਹੀਂ ਮੈਂ ਛੱਡਿਆ ਆਪਣੇ ਨਾਲ ਕਿ ਆਮ ਸਟਿਲ ਯੰਗ। ਇਸ ਵਿਆਹ ਤੋਂ ਬਾਅਦ ਫਿਰ ਜਦੋਂ ਜ਼ਿੰਦਗੀ ਆਪਣੇ ਨਾਲ ਤੁਰਨ ਲੱਗ ਗਈ, ਬਸ ਫੁਰਸਤ ਨਹੀਂ ਮਿਲੀ। ਲੇਕਿਨ ਰਾਬਤਾ ਮੇਰਾ ਰਿਹਾ ਰਾਈਟਿੰਗ ਨਾਲ, ਕਿਤਾਬਾਂ ਨਾਲ, ਬਿਕੋਜ਼ ਸਾਡੇ ਫਾਦਰ ਲਾ, ਸਾਡੇ ਸਹੁਰਾ ਸਾਹਿਬ ਮੋਹਨ ਸਿੰਘ ਜੀ, ਹਾਂ ਮੋਹਨ। ਹੁਣ ਮੈਂ ਤੇ ਇੱਥੇ ਤੁਹਾਨੂੰ ਇਹੀ ਕਹਿਣਾ ਚਾਹੁੰਦੀ ਹਾਂ ਕਿ ਜਿਵੇਂ ਇਹਨਾਂ ਨੇ ਕਿਹਾ ਕਿ ਮੇਰੇ ਲਾਈਕ ਫਾਦਰ ਦੀ ਡੈਥ ਹੋਣ ਤੋਂ ਬਾਅਦ ਮੇਰੀ ਕਲਮ ਉਦਾਸ ਹੋ ਗਈ, ਪਰ ਜਦੋਂ ਇਹਨਾਂ ਦਾ ਵਿਆਹ ਹੋਇਆ ਤੇ ਵਿਆਹ ਹੋਣ ਤੋਂ ਬਾਅਦ ਜਿਹੜੇ ਘਰ ਦੇ ਵਿੱਚ ਆਏ, ਉਸ ਘਰ ਦੇ ਵਿੱਚ ਮੋਹਨ ਸਿੰਘ ਮੋਹਨ ਜੀ, ਤੁਸੀਂ ਸੁਣਿਆ ਹੋਣਾ ਕਿ ਇਹਨਾਂ ਨੇ ਬਹੁਤ ਹੀ ਹਾਸੇ ਵਾਲੀਆਂ, ਹਾਸਰਸ ਕਹਿੰਦੇ ਜਿਹਨਾਂ ਨੂੰ, ਹਾਂਜੀ, ਉਹੀ ਜਿਹੀਆਂ ਇਹਨਾਂ ਨੇ ਬੁੱਕਸ ਲਿਖੀਆਂ ਨੇ ਤੇ ਕਾਫੀ ਜ਼ਿਆਦਾ ਕਿ ਮਸ਼ਹੂਰ ਸੀ ਇਸ ਗੱਲ ਦੇ ਵਿੱਚ ਕਿ ਇਹ ਬੁੱਕਸ ਲਿਖਣ ਦੇ ਲਈ। ਤੇ ਜਦੋਂ ਅੱਜ ਮੈਂ ਇਹਨਾਂ ਦੀ ਸਟੋਰੀ ਸੁਣ ਰਹੀ ਸੀ ਤੇ ਇਸ ਨੂੰ ਇੱਕ ਮੇਰੇ ਦਿਮਾਗ ਦੇ ਵਿੱਚ ਜੇ ਮੈਂ ਲਿਖਣਾ ਹੋਵੇ ਤਾਂ ਮੈਂ ਇਹਨਾਂ ਦੀ ਜੀਵਨ ਦੇ ਉੱਤੇ ਇੱਕ ਬੜੀ ਸੋਹਣੀ ਸਟੋਰੀ ਲਿਖ ਸਕਦੀ ਹਾਂ ਕਿ ਪਰਮਾਤਮਾ ਦਾ ਇਨਸਾਫ, ਕਿ ਜੇ ਜਿੱਥੋਂ ਅਸੀਂ ਉਦਾਸ ਹੋ ਕੇ ਆਉਂਦੇ ਹਾਂ ਤਾਂ ਜਿਹੜੇ ਉਹ ਘਰ 'ਚ ਸਾਨੂੰ ਭੇਜ ਰਿਹਾ, ਉਸ ਬੰਦੇ ਦਾ ਲਿਖਣ, ਉਹਦੀ ਕਲਮ ਜਿਹੜੀ ਗੱਲਾਂ ਲਿਖ ਰਹੀ ਹੈ ਉਹ ਸਾਨੂੰ ਹਾਸਾ ਦੇ ਰਹੀ ਹੈ। ਕੀ ਤੁਹਾਨੂੰ ਉਸ ਘਰ 'ਚ ਆ ਕੇ ਇਹ ਨਹੀਂ ਲੱਗਿਆ ਕਿ ਕਿਤੇ ਨਾ ਕਿਤੇ ਵੀ ਪਰਮਾਤਮਾ ਨੇ ਮੈਨੂੰ ਚਾਹਿਆ ਵਾ ਕਿ ਮੈਨੂੰ ਜਿਹੜਾ ਮੇਰੇ ਮਨ ਦੀ ਉਦਾਸੀ ਆ ਉਹਨੂੰ ਮੈਂ ਕਲਮ ਨਹੀਂ ਬੇਸ਼ੱਕ ਉਤਾਰਾਂ ਇਹਦੇ ਉੱਤੇ, ਬਟ ਇਸ ਘਰ ਦੇ ਵਿੱਚ ਜ਼ਰੂਰੀ ਨਹੀਂ ਹੁੰਦਾ ਕਿ ਹਰ ਹੱਸਣ ਵਾਲਾ ਬੰਦਾ ਅੰਦਰੋਂ ਉਦਾਸ ਨਾ ਹੋਵੇ, ਕਿਉਂਕਿ ਇੱਕ ਹਾਸਕਾਰ ਵੀ ਕਈ ਵਾਰ ਲੋਕਾਂ ਨੂੰ ਹਸਾ ਰਿਹਾ ਹੁੰਦਾ ਪਰ ਉਹ ਅੰਦਰੋਂ ਕਿਤੇ ਨਾ ਕਿਤੇ ਉਦਾਸ ਹੁੰਦਾ। ਪਰ ਤੁਹਾਨੂੰ ਦੇਖੋ, ਇੱਕ ਬਹੁਤ ਹੀ ਸੋਹਣੀ ਤੇ ਬਹੁਤ ਹੀ ਵਧੀਆ ਪਰਮਾਤਮਾ ਨੇ ਇੱਕ ਜੋੜ ਰੱਖਿਆ ਕਿ ਇੱਕ ਫਾਦਰ ਤੋਂ ਬਾਅਦ ਦੂਸਰੇ ਸਾਡੇ ਫਾਦਰ ਹੀ ਹੁੰਦੇ ਆ, ਕਿਉਂਕਿ ਜਿਨ੍ਹਾਂ ਦੇ ਅਸੀਂ ਘਰੇ ਆਉਂਦੇ ਆ ਫਿਰ ਸਹੁਰਾ ਸਾਹਿਬ ਅਸੀਂ ਉਹਨਾਂ ਨੂੰ ਫਾਦਰ ਕਹਿੰਦੇ ਆ। ਤੇ ਤੁਸੀਂ ਉਸ ਘਰ 'ਚ ਆਏ ਤੇ ਉਹਨਾਂ ਦੀ ਕੀ, ਉਹਨਾਂ ਨੇ ਤੁਹਾਨੂੰ ਕਦੇ ਨਹੀਂ ਕਿਹਾ ਕਿ ਬੁੱਕ ਲਿਖੋ? ਐਕਚੁਅਲੀ ਯੂ ਨੋ ਆਪਣਾ ਰਿਸ਼ਤਾ ਹੀ ਇਸ ਤਰ੍ਹਾਂ ਹੁੰਦਾ, ਤੁਸੀਂ ਝੱਕਦੇ ਹੋ ਤੁਸੀਂ, ਪਰ ਇਵੈਂਚੁਅਲੀ ਉਹਨਾਂ ਨੂੰ ਪਤਾ ਲੱਗਿਆ। ਲੇਕਿਨ ਮੈਂ ਸਭ ਸੁਣਨ ਵਾਲਿਆਂ ਨੂੰ, ਦੇਖਣ ਵਾਲਿਆਂ ਨੂੰ ਦੱਸਦਾ, ਮੇਰੀ ਬੈਕਗਰਾਉਂਡ ਪੰਜਾਬੀ ਨਹੀਂ ਸੀ ਸ਼ਾਇਦ, ਇਸੇ ਲਈ ਮੈਨੂੰ ਥੋੜਾ ਡਰ ਵੀ ਲੱਗਦਾ ਸੀਗਾ ਕਿ ਪਾਪਾ ਜੀ ਕਹਿਣਗੇ ਕਿ ਇਹ ਕੀ ਲਿਖਿਆ। ਪਰ ਹਿੰਦੀ ਦੀਆਂ ਉਹਨਾਂ ਨੂੰ ਦਿਖਾਈਆਂ ਸੀ, ਉਹਨਾਂ ਨੇ ਕਿਹਾ ਉਹਨਾਂ ਨੂੰ ਪੰਜਾਬੀ 'ਚ ਲਿਖੋ। ਪੰਜਾਬੀ ਆਉਂਦੀ ਸੀ ਤੁਹਾਨੂੰ? ਇੰਨੀ ਨਹੀਂ। ਤੁਹਾਨੂੰ ਕਿਉਂ ਪੰਜਾਬੀ ਕਿਉਂ ਨਹੀਂ ਆਉਂਦੀ? ਤੁਸੀਂ ਇੰਡੀਆ ਤੋਂ ਕਿੱਥੋਂ ਹੋ? ਮੈਂ ਦਿੱਲੀ ਦੇ ਜੰਪਲ ਹੋਣ ਕਰਕੇ। ਹਾਂ ਤੇ ਦਿੱਲੀ ਦੇ ਵਿੱਚ ਤਾਂ ਹਮੇਸ਼ਾ ਹੀ ਜ਼ਿਆਦਾ ਸਬਜੈਕਟ ਹਿੰਦੀ ਦੇ ਵਿੱਚ ਹੀ ਹੁੰਦੇ ਨੇ। ਤਾਂ ਫਿਰ ਕੀ ਤੁਹਾਡੀ ਕੀ ਸਟੋਰੀ ਲਾਈਕ ਕਿਸ ਤਰ੍ਹਾਂ ਲੱਗਿਆ ਤੁਹਾਨੂੰ ਕਿ ਕਦੇ ਤੁਸੀਂ ਵੈਸੇ ਕਲਮ ਤੋਂ ਕਿਤੇ ਲਿਖਿਆ ਹੋਵੇ ਤਾਂ ਫਾਦਰ ਸਾਹਿਬ ਨੇ ਬੈਠੇ ਬੈਠੇ ਕਿਹਾ ਹੋਵੇ ਵੀ ਆ ਕੀ, ਕਿ ਕੋਈ ਮੈਨੂੰ ਪਤਾ ਹੈ ਕਿ ਇੱਕ ਲਿਖਾਰੀ ਦੂਸਰੇ ਲਿਖਾਰੀ ਨੂੰ ਕਿਤੇ ਨਾ ਕਿਤੇ ਪਹਿਚਾਣ ਹੀ ਜਾਂਦਾ ਮੀਨਾ, ਤਾਂ ਉਹਨਾਂ ਨੇ ਕਦੇ ਨਹੀਂ ਦੇਖਿਆ ਸੀ ਵੀ ਤੁਸੀਂ ਕੋਈ ਲਿਖਿਆ ਹੋਇਆ ਕੁਛ, ਕੋਈ ਲਾਈਨਾਂ ਲਿਖੀਆਂ ਤੇ ਕਵਿਤਾ ਦਾ ਰੂਪ ਹੈ? ਨਹੀਂ, ਐਕਚੁਅਲੀ ਉਹਨਾਂ ਕੋਲ ਫੁਰਸਤ ਹੀ ਨਹੀਂ ਸੀ। ਉਹ ਆਪਣੀ ਦੁਨੀਆ 'ਚ ਇੰਨੇ ਮੁਸ਼ਕਿਲ ਸੀਗੇ ਕਿ ਉਹ ਤਾਂ 7 ਦਿਨ ਹੀ ਬਿਜ਼ੀ ਰਹਿੰਦੇ ਸੀਗੇ। ਲੇਕਿਨ ਉਹ ਜੋ ਲਿਖਦੇ ਸੀ ਉਹ ਇਹਨਾਂ ਨੇ ਇੰਸਪਾਇਰ ਤਾਂ ਮੈਂ ਹੋਈ ਕਿ ਵੀ, ਕਿਉਂਕਿ ਜ਼ਿੰਦਗੀ ਇਹਨਾਂ ਦੀ ਸੌਖੀ ਨਹੀਂ ਸੀ।
ਉਹ ਮੈਂ ਕਹਿੰਦੀ ਹਾਂ ਜਿਹੜਾ ਬੰਦਾ ਇੰਨਾ ਹੋ ਕੇ ਵੀ ਦਰਦ ਅੰਦਰ ਛੁਪਾ ਕੇ ਦੁਨੀਆ ਨੂੰ ਹਾਸਾ ਵੰਡ ਰਿਹਾ, ਆਈ ਸ਼ੁਡ ਡੂ ਦੈਟ ਟੂ ਵੀ, ਮੈਨੂੰ ਵੀ ਉਹੀ ਕਰਨਾ ਚਾਹੀਦਾ, ਸੈਡਨੈਸ ਨਹੀਂ ਫੈਲਾਣੀ ਚਾਹੀਦੀ। ਓਕੇ, ਸੋ ਦੀ ਲਾਈਕ ਫਿਰ ਤੁਹਾਨੂੰ ਕਦੋਂ ਦੁਬਾਰਾ ਲਾਈਕ ਹੁਣ ਮੈਨੂੰ ਲੱਗਦਾ 2020 ਚ ਇਹਨਾਂ ਦੀ ਹੋਈ ਹੈ ਨਾ, 2020 ਦੇ ਵਿੱਚ ਮੋਹਨ ਸਿੰਘ ਮੋਹਨ ਜੀ ਸਾਡੇ ਸਭ ਤੋਂ ਦੂਰ ਚਲੇ ਗਏ ਨੇ, ਪਰਮਾਤਮਾ ਦੇ ਚਰਨਾਂ ਦੇ ਵਿੱਚ ਚਲੇ ਗਏ ਨੇ, ਪਰ ਉਹ ਆਪਣੇ ਪਿੱਛੇ ਬੜੀਆਂ ਸੋਹਣੀਆਂ ਕਿਤਾਬਾਂ ਛੱਡ ਕੇ ਗਏ ਨੇ, ਜਿਹੜੀ ਕਿ ਵਿਲਾਇਤੀ ਉਡਾਰੀਆਂ ਤੇ ਆ ਮੇਰੇ ਮੂਹਰੇ ਪਈਆਂ ਨੇ ਚਿਣਗਾ ਤੇ ਇਹਨਾਂ ਦੀ ਮੈਂ ਅੱਜ ਉੱਥੇ ਸਟੋਰੀ, ਮੈਂ ਇਹਨਾਂ ਨੂੰ ਅੱਜ ਤਾਂ ਨਾਲ ਲੈ ਕੇ ਆਈ ਹਾਂ, ਇਹਨਾਂ ਦੀਆਂ ਕਿਤਾਬਾਂ ਨੂੰ ਇਹਨਾਂ ਨੂੰ ਮੈਂ ਲਿਆਉਣ ਲਈ ਸਪੈਸ਼ਲ ਕਿਹਾ। ਮੈਂ ਕਿਹਾ ਕਿ ਸੋਚਾਂ ਦੀ ਫੁਲਕਾਰੀ ਦੇ ਵਿੱਚੋਂ ਪਰਮਾਤਮਾ ਨੇ ਜਿਹੜੇ ਘਰ 'ਚ ਤੁਹਾਨੂੰ ਭੇਜਿਆ, ਉੱਥੇ ਇੱਕ ਹਾਸ ਰਸ ਦੀਆਂ ਇਕੱਲੇ ਕਿਤਾਬਾਂ ਛਪ ਰਹੀਆਂ ਸੀ, ਤੇ ਤੁਹਾਨੂੰ ਤਾਂ ਬੜਾ ਹੀ ਸੌਖਾ ਸੀ। ਜੇ ਮੈਂ ਤੁਹਾਡੀ ਜਗ੍ਹਾ ਹੁੰਦੀ ਤੇ ਮੈਂ ਤਾਂ ਆ ਕੇ ਕਹਿਣਾ ਸੀ ਆਪਣੇ ਵਾਲਾ ਸਾਹਿਬ ਨੂੰ ਕਿ ਆ ਲਓ ਚੱਕੋ ਜੀ ਮੇਰੀਆਂ ਕਹਾਣੀਆਂ, ਮੇਰੀਆਂ ਵੀ ਛਾਪੋ, ਬਟ ਤੁਸੀਂ ਫਿਰ ਵੀ ਚਲੋ ਕੋਈ ਗੱਲ ਨਹੀਂ ਕਿ 35 ਸਾਲ ਤੋਂ ਬਾਅਦ ਹੀ ਜੇ ਤੁਸੀਂ ਇਹ ਸੋਚਾਂ ਦੀ ਫੁਲਕਾਰੀ ਲਿਖੀ ਆ, ਤੇ ਇਹਦਾ ਮਤਲਬ ਸੀ ਕਿ ਇਹਦੀਆਂ ਸੋਚਾਂ ਦੇ ਵਿੱਚ ਹੀ ਤੁਸੀਂ ਗਵਾਚਿਆ ਹੋਇਆ ਨੇ। ਪਰ ਇਹ ਪੰਜਾਬੀ 'ਚ ਆ, ਫਿਰ ਇਹ ਤੁਹਾਨੂੰ ਕਿਸੇ ਨੇ ਟਰਾਂਸਲੇਸ਼ਨ ਕਰਕੇ ਦਿੱਤੀ, ਕੀ ਆ ਮੈਨੂੰ ਸਟੋਰੀ ਦੱਸੋ। ਨਹੀਂ ਭੈਣ ਜੀ, ਮੈਂ ਐਕਚੁਅਲੀ ਇੱਕ ਵਾਰੀ ਇਸ ਤਰ੍ਹਾਂ ਹੀ ਮੇਰੀ ਗੁੱਡ ਫਰੈਂਡ ਸੁਖਜਿੰਦਰ ਮੈਨੂੰ ਪੰਜਾਬੀ ਪ੍ਰੋਗਰਾਮ 'ਤੇ ਲੈ ਕੇ ਜਾਂਦੇ ਸੀ, ਬਿਕੋਜ਼ ਉਹ ਵੀ ਤਾਂ ਲਿਖਦੇ ਸੀ, ਮੈਂ ਉਹਨੂੰ ਪਤਾ ਸੀ ਮੈਂ ਵੀ ਲਿਖਦੀ ਹਾਂ। ਕਰਦੇ ਕਰਾਂਦੇ ਬੜਾ ਸੋਹਣਾ ਲੱਗਦਾ ਸੀ ਜਦੋਂ ਮੈਂ ਸੁਣਦੀ ਸੀਗੀ, ਪਰ ਫਿਰ ਮੈਂ ਆਪਣੇ ਆਪ ਨੂੰ ਉਸ ਕਾਬਿਲ ਨਹੀਂ ਸਮਝਦੀ ਸੀ ਕਿ ਮੈਂ ਇਸ ਤਰ੍ਹਾਂ ਲਿਖ ਸਕਦੀ ਹਾਂ। ਲੇਕਿਨ ਮੈਂ ਹਿੰਦੀ 'ਚ ਲਿਖਦੀ ਸੀ, ਬਹੁਤ ਸੋਹਣਾ ਲਿਖਦੀ ਸੀ। ਫਿਰ ਇੱਕ ਦਿਨ ਇਸ ਤਰ੍ਹਾਂ ਹੀ ਹਰਚੰਦ ਸਿੰਘ ਬਾਗੜੀ ਭਾਜੀ ਕਹਿੰਦੇ ਤੁਸੀਂ ਸੁਣਾਓਗੇ ਕੁਝ? ਮੈਂ ਕਿ ਨਹੀਂ, ਮੈਂ ਤਾਂ ਹਿੰਦੀ 'ਚ ਲਿਖਦੀ ਹਾਂ। ਸਹਿਜ ਜੀ ਉਹਨਾਂ ਨੇ ਕਹਿ ਦਿੱਤਾ ਹਿੰਦੀ ਪੰਜਾਬੀ ਤਾਂ ਮਾਂ ਮਾਸੀ ਹੈ, ਤੁਸੀਂ ਟ੍ਰਾਂਸਲੇਟ ਕਰ ਲਓ। ਓਕੇ ਜੀ, ਅਸੀਂ ਟ੍ਰਾਂਸਲੇਟ ਕਰਨੀ ਸ਼ੁਰੂ ਕੀਤੀ। ਉਹ ਫਿਰ ਲਗਾ ਮਾਤਰਾ ਦੀ ਇੰਨੀ ਪ੍ਰੋਬਲਮ ਆਉਂਦੀ ਸੀਗੀ, ਇੰਨੀ ਮੁਸ਼ਕਿਲ ਆਉਂਦੀ ਸੀ। ਫਿਰ ਹੌਲੀ ਕਰਦੇ ਕਰਾਂਦੇ ਮੈਂ ਕੋਸ਼ਿਸ਼ ਨਹੀਂ ਛੱਡੀ। ਮੈਂ ਇਹੀ ਕਹਿਣਾ ਚਾਹੁੰਦੀ, ਪਹਿਲਾਂ ਆਉਂਦਾ ਸੀ? ਹਾਂਜੀ, ਮੈਂ 2 ਸਾਲ ਤਾਂ ਜ਼ਰੂਰ ਪੜ੍ਹੀ ਹਾਂ, ਜਿਸ ਤਰ੍ਹਾਂ ਆਪਣੇ ਬੱਚੇ ਇੱਥੇ। ਮੈਨੂੰ ਹਿੰਦੀ ਜਿੰਨੀ ਆਉਂਦੀ ਹੈ, ਜਿਵੇਂ ਕਿ ਕਾ ਖਾ ਗਾ ਹੁੰਦਾ, ਉਸੇ ਤਰ੍ਹਾਂ ਤੁਹਾਨੂੰ ਉਡਾੜਾ ਆਉਂਦਾ। ਹਾਂਜੀ, ਸਮਝ ਗਈ ਜੀ। ਹਾਂਜੀ, ਇਸ ਦੇ ਨਾਲ ਜਗਜੀਤ ਜੀ ਸਤਿ ਸ਼੍ਰੀ ਅਕਾਲ, ਤੁਹਾਡੇ ਬਹੁਤ ਬਹੁਤ ਸਵਾਗਤ। ਪਰਮਜੀਤ ਜੀ ਸਵਾਗਤ ਤੁਹਾਡਾ ਪ੍ਰੋਗਰਾਮ ਦੇ ਵਿੱਚ। ਧਰਮਵੀਰ ਜੀ ਗਰੇਵਾਲ ਜੀ ਸਵਾਗਤ ਤੁਹਾਡਾ ਸਭ ਦਾ ਪ੍ਰੋਗਰਾਮ ਦੇ ਵਿੱਚ। ਸੋ ਹੁਣ ਅਸੀਂ ਗੱਲ ਕਰਨ ਜਾ ਰਹੇ ਹਾਂ ਅੱਗੇ ਕਿ ਸੋਚਾਂ ਦੀ ਫੁਲਕਾਰੀ ਦਾ ਨਾਂ ਤੁਸੀਂ ਕਿਸ ਤਰ੍ਹਾਂ ਚੁਣਿਆ? ਕਿ ਇਸ ਤਰ੍ਹਾਂ ਚੁਣਿਆ, ਸੋਚਾਂ ਦੀ ਫੁਲਕਾਰੀ ਕੱਢੀ ਮੈਂ ਹਰ ਸ਼ਾਮ ਸਵੇਰੇ ਕੱਢੀ, ਬਚਪਨ ਤੋਂ ਹੁਣ ਤੱਕ ਦੇ ਪੰਨੇ ਲੈ ਲੈ ਹਰ ਥਾਂ ਸਾਰੀ ਕੱਢੀ। ਇਹਦੇ 'ਚ ਮੇਰੀ ਲਾਈਫ ਦੇ ਜਿੰਨੇ ਵੀ ਅੱਗੇ ਪਿੱਛੇ ਦੇ ਐਕਸਪੀਰੀਅੰਸ ਹੈ, ਜਿਸ ਤਰ੍ਹਾਂ ਅਸੀਂ ਫੁਲਕਾਰੀ 'ਚ ਹਰ ਕਲਰ ਲਗਾਉਂਦੇ ਹਾਂ, ਹਰ ਤਰ੍ਹਾਂ ਦੇ ਤੋਪੇ ਭਰਦੇ ਹਾਂ, ਉਸ ਤਰ੍ਹਾਂ ਇਹਦੇ 'ਚ ਵੀ ਅੱਛੇ ਮਾੜੇ ਖੁਸ਼ੀ ਗਮੀ ਦੇ ਹਰ ਤਰ੍ਹਾਂ ਦੀਆਂ ਕਵਿਤਾਵਾਂ ਹੈਗੀਆਂ। ਤੁਸੀਂ ਇਹਦੀ ਜਿਹੜੀ ਸ਼ੁਰੂਆਤ ਕੀਤੀ ਹੋਈ ਆ, ਉਹ ਅਰਦਾਸ ਕੀਤੀ ਆ। ਅਰਦਾਸ ਇਹ ਤੁਸੀਂ ਲਿਖੀ ਹੈ ਵਾਲੀ ਨਾ? ਹਾਂਜੀ, ਇਹ ਮੈਂ ਮੋਸਟਲੀ ਮੈਂ ਹੀ ਲਿਖੀ ਹੈ, ਲੇਕਿਨ ਇਹਦੇ 'ਚੋਂ ਬੋਰੋ ਕੀਤੇ ਹੋਏ ਗੁਰਮੁਖੀ ਦੇ ਗੁਰੂ ਗ੍ਰੰਥ ਸਾਹਿਬ ਦੇ ਲਫ਼ਜ਼ ਹੈਗੇ। ਤੁਸੀਂ ਲਫ਼ਜ਼ ਬੋਰੋ ਕੀਤੇ ਹੋਏ ਆ ਤੇ ਤੁਸੀਂ ਲਿਖੀ ਖੁਦਾ। ਸੋ ਤੁਸੀਂ ਇਹਨੂੰ ਅਰਦਾਸ ਤੋਂ ਸ਼ੁਰੂ ਕੀਤਾ। ਸੋ ਇਹ ਵੀ ਤਾਂ ਕੀਤੀ ਵੱਡੀ ਗੱਲ ਹੈ ਕਿ ਇਹਦਾ ਮਤਲਬ ਕਿਤੇ ਨਾ ਕਿਤੇ ਤੁਹਾਡਾ ਜਿਹੜਾ ਦਿਲ ਆ, ਉਹ ਕਿਤੇ ਨਾ ਕਿਤੇ ਮਹਿਸੂਸ ਕਰਦਾ ਕਿ ਪਰਮਾਤਮਾ ਦੀ ਹੋਂਦ ਕਿਤੇ ਆਸੇ-ਪਾਸੇ ਕਿ ਤੁਹਾਡੇ ਕੋਲ ਆ, ਕਿ ਜਿਹੜੀ ਕਿ ਜਦੋਂ ਅਸੀਂ ਕੋਈ ਵੀ ਕੰਮ ਸ਼ੁਰੂ ਕਰਦੇ ਆ ਤਾਂ ਅਸੀਂ ਪਹਿਲਾਂ ਅਰਦਾਸ ਕਰਦੇ ਆ ਜੀ। ਤਾਂ ਉਹ ਤੁਸੀਂ ਵੀ ਆਪਣੀ ਜਿਹੜੀ ਆ, ਮੈਨੂੰ ਤਾਂ ਪਤਾ ਨਹੀਂ ਸੀ ਕਿਉਂਕਿ ਮੈਨੂੰ ਮੌਕਾ ਨਹੀਂ ਮਿਲਿਆ, ਕਿਉਂਕਿ ਅੱਜ ਮੇਰੇ ਤੱਕ ਹਲੇ ਬੁੱਕ ਅੱਜ ਹੀ ਪਹੁੰਚੀ ਹੈ, ਕਿਉਂਕਿ ਅੱਜ ਇਹਦੀ ਓਪਨਿੰਗ ਸੀ, ਹੁਣ ਇਹ ਲੈ ਕੇ ਆਇਆ। ਸੋ ਇਹਨੂੰ ਮੈਂ ਪੜ੍ਹਾਂਗੀ, ਤੁਹਾਡੇ ਨਾਲ ਇਹਦੇ ਵਿੱਚੋਂ ਕੁਛ ਹੋਇਆ ਉਹ ਸਾਂਝਾ ਕਰਾਂਗੀ। ਪਰ ਅੱਜ ਜਦੋਂ ਅਸੀਂ ਉੱਥੇ ਬੈਠੇ ਸੀ ਪੰਜਾਬ ਭਵਨ ਦੇ ਵਿੱਚ, ਤੇ ਉਸ ਵੇਲੇ ਗੱਲ ਹੋ ਰਹੀ ਸੀ ਮੇਰੀ, ਇਹਨਾਂ ਦੇ ਸੁਣ ਰਹੀ ਸੀ ਮੈਂ ਬਾਕੀ ਦੀਆਂ ਗੱਲਾਂ, ਤੇ ਵੀ ਇਹਦੇ ਵਿੱਚ ਤੁਸੀਂ ਕਈ ਚੀਜ਼ਾਂ ਨੂੰ ਇਕੱਠੇ ਕਰ ਦਿੱਤਾ। ਸੋ ਉਹ ਤੁਸੀਂ ਕਿਸ ਤਰ੍ਹਾਂ ਸੋਚਿਆ ਕਿ ਜੇ ਆਪਾਂ ਗੱਲ ਕਰੀਏ ਵੀ ਇੰਨੀਆਂ ਚੀਜ਼ਾਂ ਨੂੰ ਤੁਸੀਂ ਕਿਵੇਂ ਇਕੱਠੇ ਕੀਤਾ, ਤੇ ਕੀ ਸੀ ਤੁਹਾਡੇ ਦਿਮਾਗ ਦੇ ਵਿੱਚ? ਨਹੀਂ, ਇਸ ਤਰ੍ਹਾਂ ਹੀ ਹੈ, ਸੋਚਾਂ ਦੀ ਫੁਲਕਾਰੀ। ਜਿਸ ਤਰ੍ਹਾਂ ਜਦੋਂ ਤੁਸੀਂ ਹੈਪੀ ਫੀਲ ਕਰਦੇ ਹੋ, ਤੁਸੀਂ ਕੁਝ ਖੁਸ਼ੀ ਦਾ ਲਿਖਣਾ ਚਾਹੁੰਦੇ ਹੋ, ਜਦੋਂ ਤੁਸੀਂ ਹੱਡ ਬੀਤੀ ਜਾਂ ਜਗ ਬੀਤੀ ਕਿਸੇ ਦਾ ਸੁਣਦੇ ਹੋ, ਤੁਸੀਂ ਲਾਈਕ ਉਹ ਛੋਟੀਆਂ ਥੋੜੀਆਂ ਪੋਇਮਸ, ਕਹਾਣੀਆਂ, ਕਵਿਤਾਵਾਂ ਮੈਂ ਲਿਖਦੀ ਰਹੀ ਇਕੱਠੀਆਂ ਕਰਦੀ ਰਹੀ। ਉਹ ਲਿਖਦੇ ਰਹੇ ਬਹੁਤ ਦੇਰ ਤੋਂ? ਕਾਫੀ ਟਾਈਮ ਤੋਂ ਹੁਣੇ ਆ ਜੀ। ਓਕੇ ਜੀ। ਤੇ ਤੁਹਾਨੂੰ ਘਰ ਦੇ ਵਿੱਚੋਂ ਕਿ ਕਿੰਨੇ ਕਿਸੇ ਨੇ ਕਿਹਾ ਬਈ ਨਹੀਂ ਕਿ ਤੁਸੀਂ ਇਹਨਾਂ ਨੂੰ ਵੀ ਕਿਉਂ ਨਹੀਂ ਕਰਦੇ, ਤੁਸੀਂ ਅੱਗੇ ਕਿਉਂ ਨਹੀਂ ਆਉਂਦੇ, ਜਾਂ ਤੁਸੀਂ ਹੁਣ ਆਪਣੇ ਆਪ ਹੀ ਆਏ ਹੋ, ਕਿ ਕਿਸੇ ਨੇ ਪੁੱਛ ਕੀਤਾ? ਕੀ ਇਹਦੇ ਬਾਰੇ ਦੱਸੋਗੇ ਕੁਝ? ਨਹੀਂ ਜੀ, ਮੇਰੇ ਬੇਟੇ ਗੁਰਜੀਤ ਸਿੰਘ ਤੇ ਮੇਰੇ
ਦੂਜੇ ਬੇਟੇ ਪਰਮੀਤ ਸਿੰਘ, ਦੋਨਾਂ ਨੇ ਮੈਨੂੰ ਬੜਾ ਹੀ ਐਨਕਰੇਜ ਕੀਤਾ, ਮੰਮੀ ਯੂ ਕੈਨ ਡੂ ਇਟ, ਯੂ ਕੈਨ ਡੂ ਇਟ ਮੰਮੀ। ਮੈਂ ਉਹਨਾਂ ਨੂੰ ਕਹਿਣਾ ਮੈਨੂੰ ਨਾ ਇਹਦੇ ਸਪੈਲਿੰਗਸ ਦੀ ਬੜੀ ਪ੍ਰੋਬਲਮ ਆਉਂਦੀ ਹੈ, ਪਰ ਉਹਨਾਂ ਨੇ ਮੈਨੂੰ ਬਹੁਤ ਐਨਕਰੇਜ ਕੀਤਾ। ਦੂਸਰੀ ਮੇਰੀ ਸਹੇਲੀਆਂ ਸਾਰੀਆਂ ਜਿਹੜੀਆਂ ਸੁਖਜਿੰਦਰ, ਜਿਨ੍ਹਾਂ ਨੇ ਮੈਨੂੰ ਸਪੈਲਿੰਗਸ ਦੇ ਹੈਲਪ ਕੀਤੇ, ਰਜਿੰਦਰ ਟੱਡ, ਸਰਜੀਤ ਜੀ, ਉਹਨਾਂ ਸਭ ਨੇ ਮੇਰੀ ਹੈਲਪ ਕੀਤੀ। ਕਿਉਂਕਿ ਮੈਂ ਜਿਹੜੇ ਇਹਨਾਂ ਨੇ ਇੱਕ ਕਹਾਣੀ ਹੈ, ਦੂਜਾ ਇੱਕ ਕਵਿਤਾ ਲਿਖੀ ਹੋਈ ਆ ਖੂਨ ਦੇ ਰਿਸ਼ਤੇ, ਉਹਦੇ ਵਿੱਚ ਜਿੱਥੇ ਇਹਨਾਂ ਨੇ ਆਪਣਾ ਨਾਂ ਲਿਖਿਆ, ਮੈਂ ਉੱਥੇ ਤੁਹਾਨੂੰ ਲੈ ਕੇ ਚੱਲਦੀ ਹਾਂ। ਨਿੱਕੀ ਦਿਲ ਵਿੱਚੋਂ ਕੱਢ ਸੁੱਟ ਨਿੱਕੀਆਂ ਨਿੱਕੀਆਂ ਗੱਲਾਂ ਤੂੰ ਹੀ, ਪਿਆਰ ਮੁਹੱਬਤ ਨਾਲ ਹੈ ਦੁਨੀਆ, ਹੱਸਦੇ ਘਰ ਪਰਿਵਾਰ ਵੀ। ਸੋ ਇਹ ਦੇਖੋ, ਜੇ ਆਪਾਂ ਧਿਆਨ ਨਾਲ ਪੜ੍ਹੀਏ ਤੇ ਇਹਦੇ 'ਚ ਇੱਕ ਸਿੱਖਿਆ ਵੀ ਆ, ਤੇ ਇਹਦੇ 'ਚ ਉਹੀ ਗੱਲ ਵੀ ਆਉਂਦੀ ਹੈ ਕਿ ਨਿੱਕੀਆਂ ਨਿੱਕੀਆਂ ਗੱਲਾਂ ਜਿਹੜੀਆਂ ਉਹ ਪਿਆਰ ਮੁਹੱਬਤ ਦੇ ਨਾਲ ਹੀ ਦੁਨੀਆ ਚੱਲਦੀ ਆ, ਉਹ ਪਿਆਰ ਨੂੰ ਤਬਾਹ ਕਰ ਸਕਦੀਆਂ। ਇਹਦਾ ਇਹੀ ਨਿਚੋੜ ਨਿਕਲਿਆ ਹੋਇਆ। ਸੋ ਹੁਣ ਖੂਨ ਦੇ ਰਿਸ਼ਤੇ ਦੇ ਵਿੱਚ ਤੁਸੀਂ ਸਾਰਾ ਕੀ ਲਿਖਿਆ, ਹੋਰ ਤੁਸੀਂ ਕੀ 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 ਕਹਿਣਾ ਚਾਹੁੰਦੇ ਹੋ? ਕਿਉਂਕਿ ਮੈਂ ਤੁਹਾਡੇ ਮੂੰਹ 'ਚੋਂ ਸੁਣਨਾ ਚਾਹੁੰਦੀ ਹਾਂ, ਕਿਉਂਕਿ ਇੱਕ ਮੈਂ ਆ ਵੀ ਦੇਖਿਆ ਸੀ ਕ੍ਰਿਸਮਸ ਤੇ ਸ਼ਹੀਦੀਆਂ, ਇਹ ਜਿਹੀਆਂ ਚੀਜ਼ਾਂ ਜਿਹੜੀਆਂ ਕਿ ਸਾਡੇ ਗੁਰੂਆਂ ਨਾਲ ਸਾਨੂੰ ਜੋੜਦੀਆਂ ਨੇ। ਸਾਡੇ ਤਿਉਹਾਰ ਆਉਂਦੇ ਨੇ, ਅਸੀਂ ਜਿਹੜੇ ਮੁਲਕ 'ਚ ਰਹਿ ਰਹੇ ਹੁੰਦੇ ਹਾਂ ਉੱਥੇ ਤਿਉਹਾਰਾਂ ਦਾ ਮੁਲਕ ਹੈ। ਸੋ ਇਹ ਉੱਥੇ ਇਹਨਾਂ ਦਾ ਜਿਹੜਾ ਦਸੰਬਰ ਆ 25 ਬਹੁਤ ਹੀ ਧੂਮ-ਧਾਮ ਨਾਲ, ਤੇ ਉਹਦੀਆਂ ਤਿਆਰੀਆਂ 1 ਮਹੀਨਾ ਸ਼ੁਰੂ ਹੋ ਜਾਂਦੀਆਂ। ਲੋਕ ਬੈਂਕਰਪਸੀਆਂ ਤੱਕ ਹੋ ਜਾਂਦੇ ਆ, ਇੰਨੇ ਪੈਸੇ ਤਬਾਹ ਕਰ ਦਿੰਦੇ ਆ। ਬਟ ਦੇਖੋ ਤੁਸੀਂ, ਇਹਨਾਂ ਦੇ ਉਹ ਤਿਉਹਾਰ ਨੂੰ ਜਦੋਂ ਅਸੀਂ ਮਨਾਉਂਦੇ ਹਾਂ ਤੇ ਉਹਦੇ ਨਾਲ ਇਹਨਾਂ ਨੇ ਇਹ ਵੀ ਦੇਖਿਆ ਕਿ ਉਸ ਦਿਨ ਦੇ ਨਾਲ ਤੁਹਾਨੂੰ ਚੇਤਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦੇ ਵੀ ਉਸ ਦਿਨ ਸ਼ਹੀਦ ਹੋਏ ਸੀ। ਸੋ ਇਹ ਤੁਹਾਨੂੰ ਆਈਡੀਆ ਜਿਹੜਾ ਵਾ ਲਿਖਣ ਦਾ ਇੱਕ ਤੁਹਾਡੇ ਕਿਵੇਂ ਆਇਆ? ਐਕਚੁਅਲੀ ਇੱਕ ਤਾਂ ਕੁਝ ਲੋਕ ਮੀਡੀਆ ਟੈਕਨੋਲੋਜੀ ਨੂੰ ਨੈਗੇਟਿਵ ਲੈਂਦੇ, ਮੈਂ ਬਹੁਤ ਪੋਜ਼ਿਟਿਵ ਲੈਂਦੀ ਹਾਂ। ਜਦੋਂ ਹੀ ਦਸੰਬਰ 21 ਦਸੰਬਰ ਜਾਂ 20 ਦਸੰਬਰ ਸ਼ੁਰੂ ਹੁੰਦਾ ਹੈ ਤੇ ਮੈਸੇजेस ਆਉਣ ਲੱਗ ਜਾਂਦੇ ਸੀ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਿਵਸ, ਵੱਡੇ ਸਾਹਿਬਜ਼ਾਦਿਆਂ ਦੇ। ਮਨ ਨੇ ਸੋਚਿਆ ਇੱਥੇ ਅਸੀਂ ਕਿੱਦਾਂ, ਓ ਮਾਈ ਗॉड, ਸ਼ਾਪਿੰਗ ਕਰੋ, ਕ੍ਰਿਸਮਸ ਦੇ ਟਰੀ ਸਜਾਓ। ਮੈਂ ਕਿ ਪਰ ਅਸੀਂ ਆਪਣੀ ਹੋਂਦ ਤਾਂ ਸਾਡੀ ਸਭ ਲੋਕ ਭੁੱਲ ਕੇ ਬੈਠੇ ਹੋਏ ਆ। ਹੌਲੀ ਹੌਲੀ, ਮੈਂ ਨਹੀਂ ਕਹਿੰਦੀ ਕਿ ਮੈਂ ਮੰਨਦੀ ਸੀਗੀ ਸ਼ਹੀਦੀਆਂ ਦੇ ਦਿਨ, ਪਰ ਜਿੱਦਾਂ ਜਿੱਦਾਂ ਸਮਝ ਆਈ, ਬੱਚੇ ਛੋਟੇ ਸੀ, ਮੈਂ ਵੀ ਉਹੀ ਕੀਤਾ ਜੋ ਦੁਨੀਆ ਕਰਦੀ ਹੈ। ਮੈਂ ਵੀ ਕ੍ਰਿਸਮਸ ਟਰੀ ਲਗਾਇਆ, ਮੈਂ ਵੀ ਗਿਫਟਸ ਰੱਖੇ, ਪਰ ਜਿੱਦਾਂ ਜਿੱਦਾਂ ਆਪਣੇ ਆਪ ਇਤਿਹਾਸ ਦਾ ਪਤਾ ਲੱਗਣ ਲੱਗ ਗਿਆ, ਬੱਚੇ ਕਾਲਜ ਯੂਨੀਵਰਸਿਟੀ ਜਾਣ ਲੱਗੇ, ਉਹ ਪੜ੍ਹਨ ਲੱਗੇ, ਉਹ ਸਾਥ ਦੇਣ ਲੱਗੇ, ਮੰਮੀ ਐਸ ਬਈ ਇਹ ਪੂਰੇ ਹਫ਼ਤੇ 'ਚੋਂ 21 ਦਸੰਬਰ ਤੋਂ ਲੈ ਕੇ 26 ਦਸੰਬਰ ਤੱਕ ਪੂਰੇ ਹਫ਼ਤੇ 'ਚੋਂ 2-3 ਦਿਨ ਅਸੀਂ ਗੁਰਦੁਆਰੇ ਜਾਣਾ ਹੈ, ਅਸੀਂ ਉਹਨਾਂ ਨੂੰ ਦੇਣੇ, ਕ੍ਰਿਸਮਸ ਮਨਾਉਣਾ ਹੈ। ਇਸ ਕੰਟਰੀ 'ਚ ਖੁਸ਼ੀ ਹੈ, ਖੁਸ਼ੀ ਉਹਨਾਂ ਨੇ ਨਹੀਂ ਰੋਕਣੀ, ਪਰ ਅਸੀਂ ਉਹਨਾਂ ਨੂੰ ਵੀ ਕੁਝ ਦਿਨ ਦੇਣੇ ਹੈ। ਸੋ ਬਹੁਤ ਵਧੀਆ ਸੁਨੇਹਾ ਇਸ ਕਵਿਤਾ ਦੇ ਵਿੱਚ ਕਿ ਜਿਹੜੀ ਇਹ ਗੱਲ ਹੈ, ਇਹ ਸ਼ਾਇਦ ਸਾਨੂੰ ਦੱਸਣ ਦੀ ਜ਼ਰੂਰਤ ਹੈ ਸਾਡੇ ਬੱਚਿਆਂ ਨੂੰ, ਕਿਉਂਕਿ ਇਹ ਨਾ ਹੋਵੇ ਕਿ ਅਸੀਂ ਆਪਣਾ ਵਿਰਸਾ ਗਵਾ ਕੇ ਬਹਿ ਜਾਈਏ। ਇਹ ਨਾ ਹੋਵੇ ਕਿ ਚੰਦ ਪੈਸਿਆਂ ਦੀ ਖਾਤਰ ਅਸੀਂ ਆਪਣਾ ਮੁਲਕ ਛੱਡ ਕੇ ਦੂਸਰੇ ਮੁਲਕ ਦੇ ਵਿੱਚ ਆਏ ਹਾਂ, ਕਮਾਈਆਂ ਦੀ ਖਾਤਰ, ਆਪਣੇ ਬੱਚਿਆਂ ਦੇ ਵਧੀਆ ਭਵਿੱਖ ਦੀ ਖਾਤਰ। ਪਰ ਇਹ ਨਾ ਹੋਵੇ ਕਿ ਸਾਡੇ ਗੁਰੂਆਂ ਦੀਆਂ ਕੀਤੀਆਂ ਹੋਈਆਂ ਕੁਰਬਾਨੀਆਂ ਨੂੰ ਸਾਡੇ ਹੀ ਬੱਚੇ, ਸਾਡੀਆਂ ਹੀ ਪੀੜ੍ਹੀਆਂ ਅੱਗੇ ਭੁੱਲ ਜਾਣ। ਪਰ ਜਦੋਂ ਇਹੋ ਜਿਹੇ ਲਿਖਾਰੀ ਸਾਡੇ ਸਾਹਮਣੇ ਆਉਂਦੇ ਰਹਿਣਗੇ, ਇਹ ਬੁੱਕਾਂ ਸਾਡੇ ਸਾਹਮਣੇ ਆਉਂਦੀਆਂ ਰਹਿਣਗੀਆਂ, ਪਰ ਇਹਨਾਂ ਨੂੰ ਸਾਡੇ ਬੱਚਿਆਂ ਤੱਕ ਪੜ੍ਹਾਉਣਾ, ਕਿਉਂਕਿ ਅੱਜ ਦੀ ਜਿਹੜੀ ਜਨਰੇਸ਼ਨ ਹੈ ਜੀ, ਉਹ ਪੰਜਾਬੀ ਤਾਂ ਜਾਣਦੀ ਨਹੀਂ, ਬਹੁਤ ਘੱਟ ਆ। ਹਾਂਜੀ, ਮੈਂ ਰੋਕਾਂਗੀ ਤੁਹਾਨੂੰ ਵਿੱਚ, ਇਸੇ ਕਰਕੇ ਪਹਿਲੇ ਤਾਂ ਮੈਂ ਵੀ ਸੋਚਿਆ ਸੀ ਮੇਰੇ ਦੋਨੋਂ ਬੱਚੇ ਕਿੱਦਾਂ ਪੜ੍ਹਨਗੇ। ਮੈਂ ਇੰਗਲਿਸ਼ ਟਰਾਂਸਲੇਟ ਕਰਨ ਦੀ ਕੋਸ਼ਿਸ਼ ਕੀਤੀ, ਇਹਦੇ 'ਚ 2-4-6 ਹੈਗੀਆਂ ਪੋਇਮਸ ਇੰਗਲਿਸ਼ ਟਰਾਂਸਲੇਟ ਕੀਤੀਆਂ, ਪਰ ਜਦੋਂ ਤੁਸੀਂ ਸਪੈਸ਼ਲੀ ਪੋਇਟਰੀ ਨੂੰ ਟਰਾਂਸਲੇਟ ਕਰਦੇ ਹੋ, ਉਹ ਗੱਲ ਨਹੀਂ ਬਣਦੀ, ਤੁਸੀਂ ਉਹ ਇਮੋਸ਼ਨਸ, ਉਹਦੇ 'ਚ ਭਾਵਨਾ ਨਹੀਂ ਪੜ ਸਕਦੇ। ਫਿਰ ਮੈਂ ਗਿਵ ਅਪ ਕਰਤਾ, ਟਰਾਂਸਲੇਟ ਕਰਨਾ ਛੱਡ ਦਿੱਤਾ। ਮੈਂ ਆਪਣੇ ਬੱਚਿਆਂ ਨੂੰ ਕਿਹਾ, ਬੇਟੇ ਨੂੰ, ਛੋਟੇ ਬੇਟੇ ਨੇ ਤਾਂ ਥੋੜ੍ਹੀ ਬਹੁਤੀ ਪੜ੍ਹੀ ਹੈ। ਮੈਨੂੰ ਇਸ ਗੱਲ ਦੀ ਸੱਚੀ ਜਸ ਭੈਣ ਜੀ ਦੱਸ ਕੇ ਬੜੀ ਖੁਸ਼ੀ ਹੋ ਰਹੀ ਹੈ ਕਿ ਮੇਰੇ ਬੁੱਕ ਆਈ ਹੈ, ਜਿੱਦਣ ਬੱਚਿਆਂ ਨੇ ਖੋਲ੍ਹੀ ਹੈ, ਛੋਟੇ ਬੇਟੇ ਨੇ ਜੋੜ ਕੇ ਪੜ੍ਹਨਾ ਸ਼ੁਰੂ ਕੀਤਾ ਹੈ। ਓ ਮਾਈ ਗॉड। ਸੋ ਮੈਂ ਤੁਹਾਨੂੰ ਦਿਖਾਉਣਾ ਚਾਹੁੰਦੀ ਹਾਂ ਕਿ ਆ ਦੇਖੋ ਨਾ, ਕਹਿੰਦੇ ਕਿ ਕੌਣ ਹੈ ਤੂੰ, ਦੇ ਨਾਲ ਹੀ ਇਹਨਾਂ ਨੇ ਦੂਸਰੇ ਪਾਸੇ
ਹੂ ਆਰ ਯੂ ਇੰਗਲਿਸ਼ 'ਚ ਲਿਖਣ ਦੀ ਜਿਹੜੀ ਇਹਨਾਂ ਨੇ ਕਿਹਾ ਕਿ ਮੈਂ 4-5 ਲਿਖੀਆਂ ਇੰਗਲਿਸ਼ 'ਚ ਲਿਖਣ ਦੀ ਇਹਨਾਂ ਨੇ ਕੋਸ਼ਿਸ਼ ਕੀਤੀ ਆ, ਪਰ ਗੱਲ ਉਹੀ ਹੈ। ਗੱਲ ਅੱਜ ਜੇ ਤੁਸੀਂ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਨੂੰ ਵੀ ਅਸੀਂ ਜਦੋਂ ਪੜ੍ਹਦੇ ਹਾਂ, ਜਦੋਂ ਇੰਗਲਿਸ਼ 'ਚ ਬੱਚੇ ਪੜ੍ਹਦੇ ਨੇ, ਕਈ ਵਾਰੀ ਉਹ ਵਰਡਿੰਗ ਉਸ ਤਰ੍ਹਾਂ ਦੀ ਸਾਹਮਣੇ ਨਹੀਂ ਬੋਲ ਪਾਉਂਦੇ ਜਿਹੜੀ ਮਿਠਾਸ ਜਾਂ ਜਿਹੜੀ ਚੀਜ਼ ਪੰਜਾਬੀ ਦੇ ਵਿੱਚ ਸਾਨੂੰ ਮਿਲੀ ਹੋਈ ਆ। ਸੋ ਸਾਨੂੰ ਕੋਸ਼ਿਸ਼ ਕਰਨਾ ਚਾਹੀਦਾ ਕਿ ਸਾਡੀਆਂ ਜਿਹੜੀਆਂ ਆਉਣ ਵਾਲੀਆਂ ਪੀੜ੍ਹੀਆਂ ਜੇ ਜ਼ਿਆਦਾ ਨਹੀਂ ਤਾਂ ਅਸੀਂ ਸਿਰਫ ਉਹਨਾਂ ਨੂੰ ਊੜਾ ਐੜਾ ਤਾਂ ਜ਼ਰੂਰ ਸਿਖਾ ਦਈਏ ਤਾਂ ਕਿ ਉਹ 2 ਅੱਖਰ ਜੋੜ ਕੇ ਪੜ੍ਹ ਜ਼ਰੂਰ ਸਕਣ। ਬਿਕੋਜ਼ ਅਸੀਂ ਜੇ ਕਿਸੇ ਚੀਜ਼ ਤੋਂ ਵਾਂਝੇ ਰਹਿ ਰਹੇ ਹਾਂ ਤਾਂ ਇਸ ਗੱਲ ਤੋਂ ਹੀ ਵਾਂਝੇ ਰਹਿ ਰਹੇ ਹਾਂ ਕਿ ਕਿਤੇ ਇਹ ਨਾ ਹੋਵੇ ਕਿ ਅੱਜ ਤੋਂ 2 ਪੀੜ੍ਹੀਆਂ ਬਾਅਦ ਕਿਸੇ ਨੂੰ ਸਾਡੇ ਵਿਰਸੇ ਬਾਰੇ, ਸਾਡੀ ਪੰਜਾਬੀ ਬਾਰੇ ਪਤਾ ਹੀ ਨਾ ਹੋਵੇ। ਪਰ ਇੱਕ ਵਾਰੀ ਫਿਰ ਅਸੀਂ ਬਹੁਤ ਜ਼ਿਆਦਾ ਬਹੁਤ ਸਾਰੀਆਂ ਕਹਾਣੀਆਂ ਇਹਦੇ ਵਿੱਚ, ਬਹੁਤ ਖੁਸ਼ੀ ਆ, ਮੈਨੂੰ ਖੁਸ਼ ਹੋ ਰਹੀ ਹਾਂ ਮੈਂ ਦੇਖ ਕੇ, ਕਿਉਂਕਿ ਮੇਰਾ ਜੀ ਕਰਦਾ ਕਿ ਮੈਂ ਦਵਾ ਦਾ ਪੜ੍ਹ ਲਾਂ ਇਸ ਸਾਰੀ ਬੁੱਕ ਨੂੰ। ਸੋ ਮੈਂ ਇਹਦੇ 'ਚ ਕਿੰਨੀਆਂ ਕਵਿਤਾਵਾਂ ਜੀ ਇਹਦੇ 'ਚ ਤੁਸੀਂ ਲਿਖਿਆ? 80 80 ਹਾਂਜੀ। ਓ ਮਾਈ ਗॉड। ਓਕੇ, ਹੁਣ ਤੁਸੀਂ ਦੇਖੋ ਕਿ ਛੋਟੀਆਂ ਕਵਿਤਾਵਾਂ ਬੇਸ਼ੱਕ, ਬਟ ਹਰ ਇੱਕ ਕਵਿਤਾ ਦਾ ਕੋਈ ਨਾ ਕੋਈ ਮਤਲਬ ਹੈ। ਸੋ ਬਹੁਤ ਬਹੁਤ ਤੁਹਾਡਾ ਸ਼ੁਕਰਾਨਾ। ਇੱਕ ਮੈਂ ਪੜ੍ਹਿਆ ਇੱਥੋਂ ਹੀ ਸ਼ੁਕਰਾਨਾ ਵਰਡ ਚੁੱਕ ਲਿਆ ਮੈਂ। ਬਹੁਤ ਬਹੁਤ ਤੁਹਾਡਾ ਸ਼ੁਕਰੀਆ ਕਿ ਤੁਸੀਂ ਇਹ ਛੋਟੀਆਂ ਲਿਖੀਆਂ, ਕਿਉਂਕਿ ਜਦੋਂ ਅਸੀਂ ਵੀ ਅੱਜ ਮੇਰੀ ਗੱਲ ਹੋ ਰਹੀ ਸੀ ਕਿ ਅੱਜ ਮੈਂ ਪ੍ਰੋਗਰਾਮ ਦੇਣਾ, ਮੈਨੂੰ 21 ਸਾਲ ਹੋ ਗਏ ਪ੍ਰੋਗਰਾਮ ਦਿੰਦਿਆਂ। ਕਈ ਵਾਰੀ ਤੁਹਾਡੇ ਕੋਲ ਕੋਈ ਵਿਸ਼ਾ ਹੀ ਨਹੀਂ ਹੁੰਦਾ, ਪਰ ਜਦੋਂ ਤੁਸੀਂ ਇਹਨਾਂ ਕਹਾਣੀਆਂ ਦੇ ਟਾਈਟਲ ਹੀ ਪੜ੍ਹਦੇ ਹੋ ਤਾਂ ਤੁਹਾਡੇ ਕੋਲ ਇੱਕ ਵਿਸ਼ਾ ਆ ਜਾਂਦਾ ਹੈ ਉਹਨੂੰ ਬੋਲਣ ਦੇ ਲਈ। ਤਾਂ ਹੋਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਚਲੋ ਦੱਸ, ਹੋਰ ਕੀ ਕਹਿਣਾ ਚਾਹੁੰਦੇ ਹੋ ਆਪਣੇ ਬਾਰੇ? ਜਾਂ ਕਿਉਂਕਿ ਆਪਣੇ ਕੋਲ ਸਿਰਫ ਹੁਣ 5 ਮਿੰਟ ਬਾਕੀ ਰਹਿ ਗਏ ਨੇ, ਤਾਂ ਐਂਡ ਕਰੋ ਤੁਸੀਂ। ਹਾਂਜੀ, ਨਹੀਂ ਮੈਂ ਇਹੀ ਕਹਿਣਾ ਚਾਹੁੰਦੀ ਹਾਂ, ਆਪਣੀ ਡ੍ਰੀਮ ਤੇ ਆਪਣੇ ਹੌਬੀ ਤੇ ਆਪਣੀ ਖੁਆਇਸ਼ਾਂ ਤੇ ਤੁਸੀਂ ਉਹਨੂੰ ਹੋਲਡ ਕਰ ਸਕਦੇ ਹੋ, ਪਰ ख़त्म ਨਹੀਂ ਕਰ ਸਕਦੇ, ख़त्म ਕਰਨਾ ਵੀ ਨਹੀਂ ਚਾਹੀਦਾ। ਮੇਰੀ ਇੱਕ ਪੋਇਮ ਹੈ ਇਹਦੇ 'ਚ ਕਿ औरत से कहे लड़की, ਜਿਹੜੀ ਮੈਂ ਹਿੰਦੀ 'ਚ ਲਿਖੀ ਸੀ, ਇਹ ਪੰਜਾਬੀ 'ਚ ट्रांसलेट ਕੀਤੀ है जी। हिंदी बोल दो कोई ना। तो भाई अंदर की हसीना को कभी अलविदा ना कहो। अंदर की हसीना को कभी अलविदा ना कहो। बस यही मैं कहना चाहती हूँ, चाहे हसीन हो, चाहे जवान, चाहे बुढ़ा, जो भी होए, लेकिन ਇਹਦੇ 'ਚ ਬਹੁਤ ਕੁਝ ਲਿਖਿਆ, ਬਹੁਤ ਕੁਝ ਆਪਣੇ ਆਪ ਨੂੰ ਸਮਝਣ ਵਾਲੀ ਹੈ। ਤੁਹਾਡੀ ਲੜਾਈ ਕਿਸੇ ਹੋਰ ਨਾਲ ਨਹੀਂ, ਤੁਹਾਡੇ ਆਪਣੇ ਨਾਲ ਹੁੰਦੀ ਹੈ। ਓਕੇ, ਆਪਣੇ ਨਾਲ ਤੁਸੀਂ ਲੜਨਾ, ਆਪਣੇ ਨਾਲ ਜਿੱਤਣਾ ਹੈ ਬਸ। ਜੇਕਰ ਇਹ ਬੁੱਕ ਨੂੰ ਲੈਣਾ ਹੋਵੇ ਤੇ ਕਿੱਥੋਂ ਤਾਂ ਮਿਲ ਸਕਦੀ ਹੈ ਤੇ ਕਿੰਨੇ ਦੀ ਬੁੱਕ ਹੈ? ਇਹ $10 ਦੀ ਬੁੱਕ ਹੈ। ਹਾਂ, ਮੈਂ ਨੰਬਰ ਦੇ ਦਿੰਦੀ ਹਾਂ, ਤੁਸੀਂ ਕਾਲ ਕਰ ਸਕਦੇ ਹੋ। ਬੇਟਾ Amazon 'ਚ ਪਾ ਰਿਹਾ। ਹਾਂਜੀ, ਕਿਸੇ ਨੇ ਲਿਖਿਆ ਹੋਇਆ ਕਿ ਨੰਬਰ ਚਾਹੀਦਾ ਤਾਂ ਅਸੀਂ ਕਿਹਾ ਸੀ ਸਕਰੀਨ ਤੇ ਦੇ ਦਿੰਦੇ ਹਾਂ, ਤੁਸੀਂ ਮੈਨੂੰ ਫੋਨ ਕਰ ਲਿਓ। ਸੋ ਤੁਸੀਂ ਆਪਣਾ ਨੰਬਰ ਸਾਨੂੰ ਲਿਖਾ ਦਿਓ ਤਾਂ ਕਿ ਜਦੋਂ ਬਾਅਦ 'ਚ ਸਾਨੂੰ ਫੋਨ ਆਉਣਗੇ ਤਾਂ ਅਸੀਂ ਉਹਨਾਂ ਨਾਲ ਗੱਲ ਕਰ ਸਕਾਂਗੇ। ਹਾਂਜੀ, ਨੰਬਰ ਬੋਲੋ ਜੀ। ਨੰਬਰ ਹੈ 604 ਹਾਂਜੀ 785 785 8450 50 604-785-8450। ਸੋ ਮੈਂ ਇਹਨੂੰ ਇਹਦੇ ਉੱਪਰ ਵੀ ਪਾਉਣ ਲੱਗੀ ਹਾਂ ਫੇਸਬੁੱਕ ਦੇ ਉੱਪਰ। ਸੋ ਜੇਕਰ ਤੁਹਾਨੂੰ ਇਹ ਨੰਬਰ ਚਾਹੀਦਾ ਹੋਵੇ ਤਾਂ ਤੁਸੀਂ 1 ਲਾ ਕੇ ਮੂਹਰੇ ਜਾਂ WhatsApp ਨੰਬਰ ਹੈਗਾ ਨਾ ਜੀ ਤੁਹਾਡੇ ਕੋਲ? ਸੇਮ ਹਾਂ, ਸੇਮ ਨੰਬਰ ਹੀ ਆ। ਓਕੇ, ਸੋ WhatsApp ਦੇ ਉੱਪਰ ਤੁਸੀਂ ਇਸ ਨੰਬਰ ਨੂੰ ਪਾ ਕੇ ਤੇ ਤੁਸੀਂ ਇਹਨਾਂ ਤੋਂ ਬੁੱਕ ਬਾਰੇ ਜਾਣਕਾਰੀ ਲੈ ਸਕਦੇ ਹੋ ਤੇ ਬੁੱਕ ਬਾਰੇ ਇਹਨਾਂ ਤੋਂ ਹੋਰ ਬਾਏ ਕਰ ਸਕਦੇ ਹੋ। ਸੋ ਇਹ ਨੰਬਰ ਹੈਗਾ। ਸੋ ਮੈਂ ਨੰਬਰ ਤੁਹਾਨੂੰ ਭੇਜ ਦਿੱਤਾ। ਸੋ ਠੀਕ ਹੈ ਜੀ, ਨੰਬਰ ਚਲਾ ਗਿਆ। ਸੋ ਇਸ ਦੇ ਨਾਲ ਨੰਬਰ ਤੁਹਾਨੂੰ ਆ ਗਿਆ ਫੇਸਬੁੱਕ ਦੇ ਉੱਪਰ ਵੀ, ਤੇ ਸਕਰੀਨ ਦੇ ਉੱਤੇ ਜਿਹੜੇ ਵੈਸੇ ਦੇਸੀ ਚੈਨਲ ਤੇ ਜਾਂ ਉਹਦੇ ਤੇ ਦੇਖ ਰਹੇ ਨੇ ਤਾਂ ਉਹਨਾਂ ਨੇ ਇਹ ਅਨਾਉਂਸ ਕਰ ਦਿੱਤਾ ਇਹਨਾਂ ਨੇ 604-785-8450 ਤੇ ਤੁਸੀਂ ਫੋਨ ਕਰਕੇ ਤੁਹਾਨੂੰ ਦੱਸ ਦੇਣਗੇ ਕਿ ਤੁਸੀਂ ਬੁੱਕਾਂ ਕਿੱਥੋਂ ਚੱਕ ਸਕਦੇ ਹੋ। ਸੋ ਇਹ ਅੱਜ ਸੀ ਹਰਵਿੰਦਰ ਕੌਰ ਨਿੱਕੀ ਜੀ। ਸੋ ਇਹਨਾਂ ਦਾ ਨਿੱਕੀ ਨਿਕਨੇਮ ਇਸ ਲਈ ਸੀ ਕਿਉਂਕਿ ਘਰ ਤੋਂ ਸਭ ਤੋਂ ਛੋਟੇ ਸੀ ਇਹ, ਤੇ ਇਹਨਾਂ ਨੂੰ ਸ਼ੌਂਕ ਜਿਹੜਾ ਸੀ 8ਵੀਂ ਤੋਂ ਹੀ ਪੈ ਗਿਆ ਸੀ। ਤੇ ਇੰਨੇ ਸਾਲਾਂ ਬਾਅਦ ਵਿਆਹ ਦੀ ਇੱਕ ਵਧੀਆ ਜ਼ਿੰਦਗੀ ਨੂੰ ਬਤੀਤ ਕਰਕੇ 2 ਬੱਚੇ ਆ ਨੇ ਇਹਨਾਂ ਨੇ। ਜਿਹੜੀ ਪਹਿਲੀ ਇੱਕ ਗੱਲ ਮੈਂ ਹੋਰ ਭੁੱਲ ਗਈ ਸੀ ਕਿਉਂਕਿ ਮੈਂ ਦੇਖ ਰਹੀ ਸੀ ਕਿ ਜਿਹੜੀਆਂ ਪਿਕਚਰਾਂ ਇਹਨਾਂ ਨੇ 2 ਆਪਣੇ ਬੇਟਿਆਂ ਦੀਆਂ ਪਾਈਆਂ ਨੇ ਤਾਂ ਪਹਿਲਾ ਪੇਜ ਦੇ ਉੱਤੇ ਹਮੇਸ਼ਾ ਹੀ ਤੁਸੀਂ ਇਹ ਕਿਉਂ ਸੋਚਿਆ? ਇਹਦੇ ਬਾਰੇ ਜਾਂਦੇ ਜਾਂਦੇ ਗੱਲ ਕਰ ਦਿਓ। ਨਹੀਂ, ਇਹ ਮੇਰੀ ਡੈਡੀਕੇਸ਼ਨ ਮੇਰੇ ਬੱਚਿਆਂ ਵਾਸਤੇ ਹੈ ਜਿਨ੍ਹਾਂ ਨੇ ਮੈਨੂੰ ਕਿਹਾ ਉਹ ਯੂ ਕੈਨ ਡੂ ਇਟ ਮਮੀ, ਵੀ ਲਵ ਯੂ ਮਮੀ, ਸੋ ਯੂ ਕੈਨ ਡੂ ਇਟ। ਬਸ ਇਸ ਲਈ ਮੇਰੀ ਜ਼ਿੰਦਗੀ ਦੇ ਉਤਾਰ ਚੜਾਵ ਤੇ ਮੇਰੇ ਹਮ ਨਾਲ ਰਹੇ ਹਮੇਸ਼ਾ।
ਸੋ ਇਹਨਾਂ ਨੇ ਲਾਈਕ ਗੁਰਜੀਤ ਤੇ ਪਰਮੀਤ ਜੀ ਤੇ ਜੇ ਇਹਨਾਂ ਨੇ ਲਿਖਿਆ ਕਿ ਜ਼ਿੰਦਗੀ ਦੇ ਉਤਰਾਅ ਚੜ੍ਹਾਅ ਨੇ ਮੇਰਾ ਬੜਾ ਸਾਥ ਦਿੱਤਾ ਅਤੇ ਪਰਮਜੀਤ ਦੇ ਪਰਮੀਤ ਦੇ You can do you it. can ma'am. do it mom I love you mom ਅੱਛਾ ਓਕੇ ਇੰਗਲਿਸ਼ ਚ ਲਿਖਿਆ ਹੋਇਆ you can do it and I love you mom thank you mom ਲਫ਼ਜ਼ਾਂ ਨੇ ਮੈਨੂੰ ਬੜਾ ਹੀ ਉਤਸ਼ਾਹਿਤ ਅਤੇ ਪ੍ਰੇਰਿਤ ਕੀਤਾ ਜਿਹਦੇ ਕਰਕੇ ਇਹਨਾਂ ਨੇ ਇਸ ਬੁੱਕ ਦੀ ਸਟਾਰਟਿੰਗ ਤੇ ਆਪਣੇ ਬੱਚਿਆਂ ਨੇ ਜੋ ਉਹਨਾਂ ਨੂੰ ਪ੍ਰੇਰਿਤ ਕੀਤਾ ਜੋ ਬੱਚਿਆਂ ਨੇ ਹੌਸਲਾ ਦਿੱਤਾ ਉਹਦੀ ਵਜ੍ਹਾ ਨਾਲ ਇਹਨਾਂ ਨੇ ਆਪਣੀਆਂ ਸੋਚਾਂ ਨੂੰ ਇੱਕ ਫੁਲਕਾਰੀ ਦਾ ਰੂਪ ਦੇ ਕੇ ਤੇ ਤੁਹਾਡੇ ਸਾਹਮਣੇ ਪੇਸ਼ ਕਰ ਦਿੱਤਾ ਬੁੱਕ ਨੂੰ ਜ਼ਰੂਰ ਖਰੀਦਿਓ ਕਿਤੇ ਨਾ ਕਿਤੇ ਇਹ ਲਾਈਨਾਂ ਕਿਸੇ ਨਾਲ ਗੱਲ ਕਰਨ ਦੇ ਤੁਹਾਡੇ ਕੰਮ ਆ ਜਾਣਗੀਆਂ ਕਿਉਂਕਿ ਕਈ ਵਾਰ ਸਾਨੂੰ ਖੁਦ ਨੂੰ ਲਫ਼ਜ਼ਾਂ ਨੂੰ ਪਰੋਣਾ ਨਹੀਂ ਆਉਂਦਾ ਸਾਨੂੰ ਖੁਦ ਨੂੰ ਬੋਲਣਾ ਨਹੀਂ ਆਉਂਦਾ ਪਰ ਕਿਸੇ ਦੀ ਲਿਖਤ ਨੂੰ ਚੱਕ ਕੇ ਅਸੀਂ ਕਿਸੇ ਦੇ ਦਿਲ ਦੇ ਵਿੱਚ ਪਿਆਰ ਤੇ ਮੁਹੱਬਤ ਜੁਗਾ ਸਕਦੇ ਹਾਂ ਕਿਉਂਕਿ ਇਸੇ ਤਰ੍ਹਾਂ ਹੀ ਹੁੰਦਾ ਕਿ ਅਸੀਂ ਗਾਣਾ ਗੁਣਗੁਣਾ ਕੇ ਦੂਸਰੇ ਨੂੰ ਖੁਸ਼ ਕਰ ਦਿੰਦੇ ਹਾਂ ਜਾਂ ਇੱਕ ਗਾਣਾ ਸੁਣ ਕੇ ਕਈ ਵਾਰ ਅਸੀਂ ਅੰਦਰੋਂ ਖੁਸ਼ ਹੋ ਜਾਂਦੇ ਹਾਂ ਉਹ ਗਾਣਾ ਸਾਨੂੰ ਬੜਾ ਅੱਛਾ ਲੱਗਦਾ ਬੜਾ ਚੰਗਾ ਲੱਗਦਾ ਸੋ ਇਸੇ ਤਰ੍ਹਾਂ ਅਸੀਂ ਵਰਡਿੰਗ ਲੱਭਦੇ ਹਾਂ ਕਿ ਮੈਂ ਆਪਣੇ ਪਿਆਰੇ ਨੂੰ ਜਾਂ ਮੈਂ ਆਪਣੇ ਨੂੰ ਕੁਝ ਕਹਿਣਾ ਚਾਹੁੰਦੀ ਹਾਂ ਪਰ ਕਈ ਵਾਰੀ ਜਦੋਂ ਅਸੀਂ ਬੁੱਕ ਚੱਕਦੇ ਹਾਂ ਤੇ ਉਹਦੇ 'ਚ 2 ਵਰਡਿੰਗ ਅਸੀਂ ਬੋਲਦੇ ਆ ਤਾਂ ਉਹ ਇੱਕ ਬਹੁਤ ਹੀ ਦੂਸਰੇ ਬੰਦੇ ਨੂੰ ਖੁਸ਼ੀ ਦਿੰਦੇ ਨੇ Yes, ਉਹ yeah. ਸ਼ਬਦ ਜੀ ਸੋ ਹੁਣ ਅੱਜ ਬਹੁਤ ਹੀ ਜ਼ਿਆਦਾ ਹਰਵਿੰਦਰ ਨਿੱਕੀ ਜੀ ਬਹੁਤ ਡਰ ਰਹੇ ਸੀ ਮੇਰੇ ਕੋਲ ਆਉਂਦੇ ਕਿਉਂਕਿ ਅੱਜ ਬਹੁਤ ਥੱਕੇ ਵੀ ਹੋਏ ਨੇ ਅੱਜ 1 ਤੋਂ 3 ਵਜੇ ਤੱਕ ਇਸ ਬੁੱਕ ਦੀ ਘੁੰਡ ਚਕਾਈ ਸੀ ਜਿਹਨੂੰ ਕਹਿੰਦੇ ਸੋ ਅੱਜ ਇਹਨਾਂ ਦੀ ਪਹਿਲੀ ਤੇ ਆਸ ਕਰਦੇ ਆ ਕਿ ਇਸੇ ਤਰ੍ਹਾਂ ਹੀ ਮਿਹਨਤ ਕਰਦੇ ਰਹਿਣਗੇ ਤੇ ਹੋਰ ਬਹੁਤ ਸਾਰੀਆਂ ਬੁੱਕਸ ਹੋਰ ਸਾਡੇ ਸਾਹਮਣੇ ਲੈ ਕੇ ਆਉਣਗੇ ਪਰ ਇਹ ਤਾਂ ਹੀ ਲੈ ਕੇ ਆਉਣਗੇ ਜੇ ਤੁਸੀਂ ਸਾਰੇ ਇਹਨਾਂ ਨੂੰ ਪੜ੍ਹ ਕੇ ਤੇ ਇਹਨਾਂ ਦਾ ਸਾਥ ਦਿਓਗੇ ਕਿਉਂਕਿ ਬਹੁਤ ਜ਼ਰੂਰੀ ਹੁੰਦਾ ਇੱਕ ਬੁੱਕ ਲਿਖਣਾ ਜਾਂ ਇੱਕ ਬੁੱਕ ਨੂੰ ਵੇਚਣਾ ਕੋਈ ਕਿਸੇ ਇੱਕ ਲਿਖਾਰੀ ਦਾ ਕੋਈ ਬਿਜ਼ਨਸ ਨਹੀਂ ਹੁੰਦਾ ਬਟ ਤੁਹਾਡੇ ਤੱਕ ਆਪਣੀਆਂ ਸੋਚਾਂ ਨੂੰ ਪਹੁੰਚਾਉਣਾ ਉਸ ਨੂੰ ਇੱਕ ਫੁਲਕਾਰੀ ਦਾ ਰੂਪ ਦੇਣਾ ਇੱਕ ਫੁੱਲਾਂ ਦਾ ਰੂਪ ਦੇਣਾ ਇੱਕ ਮਾਲਾ ਦਾ ਰੂਪ ਦੇਣਾ ਇਹ ਇੱਕ ਲਿਖਾਰੀ ਹੀ ਕਰ ਸਕਦਾ ਕਿਉਂਕਿ ਇੱਕ ਇਸ ਬਿਜ਼ੀ ਜ਼ਿੰਦਗੀ ਦੇ ਵਿੱਚੋਂ ਟਾਈਮ ਕੱਢਣਾ ਇੱਕ ਉਸ ਮਾਂ ਨੂੰ ਜਿਹੜੀ 2 ਬੱਚਿਆਂ ਵਾਲੀ ਦੀ ਮਾਂ ਹੈ ਕੰਮ ਕਰਦੀ ਹੈ ਘਰ ਦੇ ਘਰੇਲੂ ਕੰਮ ਕਰਦਿਆਂ ਹੋਇਆਂ ਇੱਕ ਔਰਤ ਹੁੰਦਿਆਂ ਹੋਇਆਂ ਔਰਤ ਵਰਡ ਜਿਹੜਾ ਬੜਾ ਹੀ ਆਪਣੇ ਆਪ ਦੇ ਵਿੱਚ ਬਹੁਤ ਹੀ ਮਹੱਤਵਪੂਰਨ ਤੇ ਬਹੁਤ ਹੀ ਭਾਰਾ ਸ਼ਬਦ ਹੈ ਕਿਉਂਕਿ ਉਸ ਭਾਰੇ ਸ਼ਬਦ ਦਾ ਮਤਲਬ ਇਹ ਆ ਕਿਉਂਕਿ ਉਸ ਦੇ ਥੱਲੇ ਬਹੁਤ ਸਾਰੀਆਂ ਉਮੀਦਾਂ ਬੋਝ ਉਮੰਗਾਂ ਛੁਪੀਆਂ ਹੁੰਦੀਆਂ ਤੇ ਜਦੋਂ ਉਹ ਪੱਥਰ ਇੱਕ ਗੁਲਾਬ ਬਣਦਾ ਤਾਂ ਫਿਰ ਉਹਦੀਆਂ ਪੰਖੜੀਆਂ ਜਿਹੜੀਆਂ ਨੇ ਛੋਟੇ ਰੂਪ ਦੇ ਵਿੱਚ ਫੈਲ ਜਾਂਦੀਆਂ ਨੇ ਤੇ ਉਹ ਫੈਲੀਆਂ ਹੋਈਆਂ ਪੰਖੜੀਆਂ ਦੀ ਸੁਗੰਧ ਲੈਣਾ ਸਾਡਾ ਸਭ ਦਾ ਫਰਜ਼ ਹੈ ਸੋ ਆਸ ਕਰਦੇ ਹਾਂ ਕਿ ਤੁਸੀਂ ਅੱਜ ਦੀ ਇਸ ਇੰਟਰਵਿਊ ਕਿਉਂਕਿ ਮੈਨੂੰ ਵੀ ਚੰਗਾ ਲੱਗਿਆ ਕਿ ਅੱਜ ਦੀ ਕਹਾਣੀ ਕੀ ਸੀ ਸੋ ਨਿੱਕੀ ਜਿਹੀ ਕੁੜੀ ਦੀ ਕਹਾਣੀ ਜਿਸ ਨੇ ਆਪਣੇ ਪਰਿਵਾਰ 'ਚ ਰਹਿੰਦਿਆਂ ਹੋਇਆਂ ਆਪਣੇ ਪਰਿਵਾਰ ਨੂੰ ਸਾਂਭਦਿਆਂ ਹੋਇਆਂ ਇੱਕ ਐਸੀ ਉਡਾਰੀ ਮਾਰੀ ਹੈ ਕਿ ਉਸ ਉਡਾਰੀ ਦੇ ਵਿੱਚ ਉਸਨੇ ਆਪਣੀਆਂ ਸਾਰੀਆਂ ਉਮੀਦਾਂ ਨੂੰ ਭਰ ਕੇ ਇੱਕ ਸੋਚਾਂ ਨੂੰ ਇੱਕ ਫੁਲਕਾਰੀ ਦਾ ਰੂਪ ਦੇ ਦਿੱਤਾ ਸੋ ਬਹੁਤ ਚੰਗਾ ਲੱਗਿਆ ਇਸ ਕਹਾਣੀ ਮੈਂ ਕਹਾਣੀ ਤੁਹਾਨੂੰ ਬਣਾ ਕੇ ਦੇਵਾਂਗੀ ਕਿਉਂਕਿ ਅੱਜ ਜੋ ਇਹਨਾਂ ਤੋਂ ਸੁਣਿਆ ਉਹਨੂੰ ਮੈਂ ਕਹਾਣੀ ਲਿਖਾਂਗੀ ਫਿਰ ਤੁਹਾਨੂੰ ਦੱਸਾਂਗੀ ਕਿ ਕਿਸ ਤਰ੍ਹਾਂ ਕਹਾਣੀਆਂ ਬਣਦੀਆਂ ਨੇ ਜਦੋਂ ਇੱਕ ਖੂਬਸੂਰਤ ਸੋਲ ਤੁਹਾਡੇ ਸਾਹਮਣੇ ਆਉਂਦੀ ਹੈ ਸੋਲ ਨਾਲ ਮਿਲਣਾ ਸੋਲ ਦਾ ਪਿਆਰ ਕਰਨਾ ਸੋਲ ਦੇ ਨਾਲ ਜਾਣਾ ਪਰਮਾਤਮਾ ਦੇ ਦਰ ਨੂੰ ਮਹਿਸੂਸ ਕਰਨਾ ਇਹ ਸਭ ਕੁਝ ਤੁਸੀਂ ਇਹਨਾਂ ਕਹਾਣੀਆਂ 'ਚੋਂ ਹੀ ਪਾ ਸਕਦੇ ਹੋ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਦੇ ਲਈ ਤੇ ਹਰਵਿੰਦਰ ਜੀ ਦੀ ਇਸ ਛੋਟੀ ਜਿਹੀ ਕਹਾਣੀ ਨੂੰ ਸੁਣਨ ਦੇ ਲਈ ਸੋ ਹਰਵਿੰਦਰ ਜੀ ਥੈਂਕ ਯੂ ਬਹੁਤ ਬਹੁਤ ਸੋ ਬਹੁਤ ਸਾਰੇ ਲੋਕਾਂ ਨੇ ਐਪਰੀਸ਼ੀਏਟ ਕੀਤਾ ਵਾ ਫੇਸਬੁੱਕ ਦੇ ਉੱਤੇ ਜੇ ਤੁਸੀਂ ਵੀ ਚਾਹੋ ਤਾਂ ਇਸ ਪ੍ਰੋਗਰਾਮ ਨੂੰ ਜਾ ਕੇ ਇਹਨੂੰ ਦੇਖ ਕੇ ਤੇ ਅੱਗੇ ਆਪਣੇ ਦੋਸਤਾਂ ਮਿੱਤਰਾਂ 'ਚ ਸ਼ੇਅਰ ਕਰ ਸਕਦੇ ਹੋ ਸਾਰਿਆਂ ਪਹਿਲੇ ਤਾਂ ਤੁਹਾਡਾ ਧੰਨਵਾਦ ਜਿਨ੍ਹਾਂ ਨੇ ਮੈਨੂੰ ਸਭ ਦੇ ਰੂਬਰੂ ਕੀਤਾ ਥੈਂਕ ਯੂ ਕਿਉਂਕਿ ਬਿਨਾਂ ਤਿਆਰੀ ਤੋਂ ਹਰ ਇੱਕ ਇਨਸਾਨ ਨੂੰ ਡਰ ਲੱਗਦਾ ਹੁੰਦਾ ਕਿ ਪਤਾ ਨਹੀਂ ਮੈਂ ਕੀ ਬੋਲਾਂਗਾ ਮੈਂ ਇਹਨਾਂ ਨੂੰ ਕਿਹਾ ਸੀ ਕਿ ਜਿਹੜਾ ਇਨਸਾਨ ਕਲਮ ਚੱਕ ਕੇ ਲਿਖ ਸਕਦਾ ਉਹ ਬੋਲ ਵੀ ਬਹੁਤ ਪਿਆਰਾ ਸਕਦਾ ਹੈ ਸੋ ਤੁਸੀਂ ਬਹੁਤ ਸੋਹਣਾ ਬੋਲੇ ਹੋ ਸੋ ਡਰ ਕੱਢ ਦਿਓ ਕਿ ਮੈਨੂੰ ਹਿੰਦੀ ਆ ਕਿਉਂਕਿ ਹਿੰਦੀ ਦੀ ਵਰਡਿੰਗ ਵੀ ਬੜੀ ਸੋਹਣੀ ਹੁੰਦੀ ਜਦੋਂ ਅਸੀਂ ਬੋਲਦੇ ਆ ਪਰ ਜਿਹੜੇ ਹਿਸਾਬ ਨਾਲ ਤੁਸੀਂ ਹਿੰਦੀ ਚੋਂ ਨਿਕਲ ਕੇ ਪੰਜਾਬੀ ਵੱਲ ਆਏ ਹੋ ਸਾਨੂੰ ਪੰਜਾਬੀਆਂ ਨੂੰ ਇਸ ਗੱਲ ਦਾ ਬਹੁਤ ਹੀ ਜ਼ਿਆਦਾ ਫਕਰ ਹੈ ਪਰਮਾਤਮਾ ਕਰੇ ਦਿਨ ਦੁਣੀ ਰਾਤ ਚੌਗਣੀ ਤਰੱਕੀ ਕਰਦੇ ਹੋਏ ਬਹੁਤ ਸਾਰੀਆਂ ਕਹਾਣੀਆਂ ਸਾਡੇ ਤੱਕ ਪਹੁੰਚਾ ਜਾਓ ਧੰਨਵਾਦ ਸ਼ੁਕਰੀਆ ਸੋ ਇਹ ਸੀ ਹਰਵਿੰਦਰ ਕੌਰ ਨਿੱਕੀ ਜੀ ਸੋ ਇਸ ਦੇ ਨਾਲ ਅਸੀਂ ਤੁਹਾਡੇ ਸਭ ਤੋਂ ਇਜਾਜ਼ਤ ਲੈਂਦੇ ਹਾਂ ਅੱਜ
ਸੰਡੇ ਆ ਤੁਹਾਡੀ ਤੇ ਸਾਡੀ ਮੁਲਾਕਾਤ ਹੋਵੇਗੀ ਟਿਊਜ਼ਡੇ ਸ਼ਾਮੀ 7 ਵਜੇ। ਫਿਰ ਦੁਬਾਰਾ ਮਿਲਦੇ ਆ ਕਿਸੇ ਹੋਰ ਵਿਸ਼ੇ ਦੇ ਨਾਲ, ਕਿਸੇ ਹੋਰ ਕਹਾਣੀ ਦੇ ਨਾਲ, ਕਿਸੇ ਹੋਰ ਗੈਸਟ ਦੇ ਨਾਲ। ਸੋ ਇੱਥੇ ਹੀ ਇਜਾਜ਼ਤ ਦਿਓ। ਇੱਕ ਵਾਰੀ ਫਿਰ ਜਾਣਾ ਨਹੀਂ, ਜਾਂਦੇ ਸਾਡੇ ਸਪਾਂਸਰਸ ਨੂੰ ਦੇਖ ਕੇ ਜਾਇਓ। ਇੱਕ ਵਾਰੀ ਸਪਾਂਸਰਸ ਨੂੰ ਫੋਨ ਜ਼ਰੂਰ ਕਰ ਦਿਆ ਕਰੋ, ਕਿਉਂਕਿ ਤੁਸੀਂ ਜਦੋਂ ਫੋਨ ਕਰ ਦਿੰਦੇ ਹੋ ਉਹਨਾਂ ਦਾ ਹੌਸਲਾ ਵੱਧ ਜਾਂਦਾ ਕਿ ਤੁਸੀਂ ਉਹਨਾਂ ਨੂੰ ਦੇਖਦੇ ਹੋ ਤੇ ਉਸ ਤੋਂ ਬਾਅਦ ਜੇਕਰ ਸਾਡਾ ਹਵਾਲਾ ਦਿੰਦੇ ਹੋ ਤੇ 10% ਡਿਸਕਾਊਂਟ ਵੀ ਤੁਸੀਂ ਉਹਨਾਂ ਤੋਂ ਜਾ ਕੇ ਲੈ ਸਕਦੇ ਹੋ। ਸੋ ਦੇਖੋ ਸਾਡੇ ਸਪਾਂਸਰਸ ਨੂੰ ਤੇ ਸਾਨੂੰ ਹੁਣ ਇੱਥੇ ਹੀ ਮੈਨੂੰ ਇਜਾਜ਼ਤ ਦਿਓ। ਬਹੁਤ ਬਹੁਤ ਧੰਨਵਾਦ। ਖੁਸ਼ ਰਹੋ, ਆਬਾਦ ਰਹੋ, ਹਮੇਸ਼ਾ ਹੀ ਜ਼ਿੰਦਾਬਾਦ ਰਹੋ। ਥੈਂਕ ਯੂ। ਰੀਅਲ ਸਟੇਟ ਦੀ ਦੁਨੀਆ ਦੇ ਵਿੱਚ ਉੱਭਰਦਾ ਇੱਕ ਨਾਮ ਹਰਪ੍ਰੀਤ ਬੇਦੀ। ਤੂੰ ਤਾਰੇ ਵਾਂਗੂ ਚਮਕਦਾ ਇੱਕੋ ਇੱਕ ਨਾਮ ਹਰਪ੍ਰੀਤ ਬੇਦੀ। ਸਹੀ ਕੀਮਤ ਤੇ ਸਹੀ ਜਾਣਕਾਰੀ ਲਈ ਨਾ ਯਾਦ ਰੱਖੋ ਘਰ ਲੈਣਾ ਜਾਂ ਘਰ ਵੇਚਣਾ, ਹਰਪ੍ਰੀਤ ਬੇਦੀ ਜੀ। ਫੋਨ ਕਰੋ 7783174444 ਹਰਪ੍ਰੀਤ ਬੇਦੀ। ਤੁਹਾਨੂੰ ਲੱਗਦਾ ਹੈ ਗੈਸ, ਤੇਜ਼ਾਬ, ਸਿਰ ਦੁਖਣਾ, ਸ਼ੂਗਰ, ਬਲੱਡ ਪ੍ਰੈਸ਼ਰ, ਕੋਲੇਸਟ੍ਰੋਲ ਵਰਗੀਆਂ ਬਿਮਾਰੀਆਂ ਦੀਆਂ ਦਵਾਈਆਂ ਖਾ ਕੇ ਤੁਸੀਂ ਥੱਕ ਚੁੱਕੇ ਹੋ। ਖਾਨਦਾਨੀ ਬਿਮਾਰੀਆਂ, ਹਾਰਟ ਅਟੈਕ, ਕੈਂਸਰ ਕਿਤੇ ਤੁਹਾਨੂੰ ਨਾ ਘੇਰ ਲਵੇ, ਡਰਦੇ ਹੋ। ਡਾਕਟਰ ਨਿਸ਼ਾ ਡੋਗਰਾ ਤੇ ਉਹਨਾਂ ਦੀ ਸਾਰੀ ਟੀਮ ਮਾਰ ਨੇ ਤੁਹਾਡੀਆਂ ਬਿਮਾਰੀਆਂ ਲੱਭਣ ਵਿੱਚ, ਜਿਸ ਨੂੰ ਕਹਿੰਦੇ ਨੇ ਜੀਨ ਟੈਸਟ। ਬਿਮਾਰੀ ਦੀ ਜੜ ਲੱਭਣ ਦੇ ਲਈ ਫੋਨ ਕਰੋ 6045935030। ਡਾਕਟਰ ਨਿਸ਼ਾ ਡੋਗਰਾ। ਚੱਕੀ ਦਾ ਆਟਾ ਸਿਹਤ ਲਈ ਬਹੁਤ ਹੀ ਵਧੀਆ ਹੁੰਦਾ ਹੈ ਤੇ ਹੁਣ ਕੈਨੇਡਾ ਦੇ ਵਿੱਚ ਚੱਕੀ ਲੱਗ ਚੁੱਕੀ ਹੈ। ਤੁਸੀਂ ਆਪਣੀਆਂ ਅੱਖਾਂ ਦੇ ਸਾਹਮਣੇ ਜਾਂ ਆਪਣੇ ਦਾਣੇ ਲਿਆ ਕੇ ਵੀ ਆਟਾ ਪਿਹਾ ਸਕਦੇ ਹੋ। ਆਪਣੇ ਮਸਾਲੇ ਤਿਆਰ ਕਰਵਾ ਸਕਦੇ ਹੋ। ਮੱਕੀ ਹੋਵੇ, ਬਾਜਰਾ ਹੋਵੇ, ਰਾਗੀ ਦਾ ਆਟਾ ਹੋਵੇ, ਬਿਲਕੁਲ ਤਾਜ਼ਾ ਲੈਣ ਦੇ ਲਈ ਉਹ ਤੁਹਾਡੇ ਸਾਹਮਣੇ ਆਟਾ ਪੀ ਕੇ ਦੇ ਸਕਦੇ ਨੇ। ਉਹਦੇ ਲਈ ਇੱਕੋ ਇੱਕ ਨਾਂ ਯਾਦ ਰੱਖੋ, ਪੰਜਾਬੀ ਚੱਕੀ। ਸਰੀ ਦੇ ਵਿੱਚ 76 ਤੇ 130 ਤੇ ਪੰਜਾਬੀ ਚੱਕੀ। HS ਵਾਲੀਆ ਹੋਮਸ ਲਾਇਸੈਂਸਡ ਬਿਲਡਰ। ਕਿਸੇ ਵੀ ਤਰ੍ਹਾਂ ਦਾ ਘਰ ਬਣਾਉਣਾ ਚਾਹੁੰਦੇ ਹੋ, ਉਹ ਭਾਵੇਂ ਡਿਜ਼ਾਈਨਰ ਹੋਵੇ ਜਾਂ ਰੈਗੂਲਰ ਹੋਮ ਹੋਵੇ, ਉਹਦੇ ਲਈ ਯਾਦ ਰੱਖੋ ਇੱਕੋ ਨਾਮ HS ਵਾਲੀਆ ਹੋਮਸ। ਕਾਲ 6047295649, ਜਿਹੜੇ ਕਿ ਸਰਟੀਫਾਈਡ ਨੇ, ਪ੍ਰੋਜੈਕਟ ਨੂੰ ਮੈਨੇਜਮੈਂਟ ਕਰਦੇ ਨੇ, ਕਸਟਮਰ ਸਰਟੀਫਾਈਡ ਹੋਮ ਬਣਾਉਂਦੇ ਨੇ, 10 ਸਾਲ ਦੀ ਗਾਰੰਟੀ ਵੀ ਦਿੰਦੇ ਨੇ। HS ਵਾਲੀਆ ਹੋਮਸ ਵਾਲੇ 6047295649। ਨਿਊ ਵੇ हेयर ड्रेसिंग स्कूल एक ऐसी थां जिथे आके तुसी अपनी खूबसूरती नू होर भी सवार सकते हो। हेयर कट, हेयर कलरिंग, मेकअप, आईब्रोज ते मेकअप दे नाल ब्यूटी दे नाल जुड़ियां सारियां सर्विसेज न्यू वे हेयर ड्रेसिंग स्कूल विच एक्सपर्ट्स वालों दित्तियां जांदियां हन। न्यू वे हेयर ड्रेसिंग स्कूल विच लेजर हेयर रिमूवल ट्रीटमेंट भी दित्ती जांदी है। तिल, मोके, दाग जे तुहाडी ब्यूटी ਨੂੰ ਖਰਾਬ ਕਰ ਰਹੇ ਹਨ ਤੇ ਘਬਰਾਉਣ ਦੀ ਲੋੜ ਨਹੀਂ। ਨਿਊ ਵੇ हेयर ड्रेसिंग ਸਕੂਲ ਆਓ ਤੇ ਇਹਨਾਂ ਸਭ ਪ੍ਰੋਬਲਮਸ ਤੋਂ ਛੁਟਕਾਰਾ ਪਾਓ। ਜੇ ਤੁਸੀਂ ਵੀ ਬਣਨਾ ਚਾਹੁੰਦੇ ਹੋ हेयर कट, हेयर कलरिंग, मेकअप, ਆਈਬ੍ਰੋਜ਼ ਤੇ ਬਿਊਟੀ ਨਾਲ ਜੁੜੀ ਹਰ ਚੀਜ਼ ਦੇ ਐਕਸਪਰਟ ਤੇ ਜੁਆਇਨ ਕਰ ਸਕਦੇ ਹੋ ਜੀ ਨਿਊ ਵੇ हेयर ड्रेसिंग ਸਕੂਲ। ਕੋਰਸਿਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਨਿਊ ਵੇ हेयर ड्रेसिंग ਸਕੂਲ ਦੇ ਵਿੱਚ। ਨਿਊ ਵੇ हेयर ड्रेसिंग ਸਕੂਲ ਗਵਰਨਮੈਂਟ ਵੱਲੋਂ ਆਥੋਰਾਈਜ਼ਡ ਹੈ। ਇੰਸ਼ੋਰੈਂਸ ਬਾਰੇ ਅਸੀਂ ਸਾਰੇ ਜਾਣਦੇ ਹਾਂ, ਪਰ ਫਿਰ ਵੀ ਉਸ ਦਾ ਨਾਂ ਸੁਣ ਸਾਰ ਡਰ ਜਾਂਦੇ ਹਾਂ ਕਿ ਸ਼ਾਇਦ ਲਾਈਫ ਇੰਸ਼ੋਰੈਂਸ ਸਾਡੇ ਮਰਨ ਤੋਂ ਬਾਅਦ ਵਾਲਿਆਂ ਨੂੰ ਫਾਇਦਾ ਕਰਦੀ ਹੈ। ਪਰ ਜੇਕਰ ਤੁਸੀਂ RRSP ਬਾਰੇ ਜਾਣਨਾ ਚਾਹੁੰਦੇ ਹੋ ਕਿ ਟੈਕਸ ਕਿਸ ਤਰ੍ਹਾਂ ਬਚਾ ਸਕਦੇ ਹੋ, RRSP ਲੈਣੀ ਚਾਹੀਦੀ ਹੈ ਜਾਂ ਨਹੀਂ ਲੈਣੀ ਚਾਹੀਦੀ, ਟਰਮ ਇੰਸ਼ੋਰੈਂਸ ਕੀ ਹੈ,
ਯੂਨੀਵਰਸਲ ਇੰਸ਼ੋਰੈਂਸ ਦਾ ਕੀ ਮਤਲਬ ਹੈ ਤੇ ਜਾਂ ਕ੍ਰਿਟੀਕਲ ਇੰਸ਼ੋਰੈਂਸ ਕੌਣ ਲੈ ਸਕਦਾ ਹੈ। ਮੌਰਗੇਜ ਦੀ ਇੰਸ਼ੋਰੈਂਸ ਬੈਂਕ ਤੋਂ ਲੈਣੀ ਚਾਹੀਦੀ ਹੈ ਜਾਂ ਪ੍ਰਾਈਵੇਟ, ਜਾਂ ਸਾਡੇ ਬੁਢਾਪੇ ਦਾ ਸਹਾਰਾ ਵੀ ਕੀ ਇੰਸ਼ੋਰੈਂਸ ਬਣ ਸਕਦੀ ਹੈ। ਇਹਨਾਂ ਸਾਰੀਆਂ ਗੱਲਾਂ ਦੇ ਜਵਾਬ ਦੇ ਲਈ ਗੈਰੇਜ ਨੂੰ ਫੋਨ ਕਰ ਸਕਦੇ ਹੋ 7789893890 7789893890 ਲਾਈਫ ਇੰਸ਼ੋਰੈਂਸ।